ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਵਿਦੇਸ਼ ਤੋਂ ਜੁੜ ਚੁੱਕੇ ਸਾਰੇ ਦਰਸ਼ਕਾਂ ਦਾ ਐਡਮਿੰਟਨ ਸਟੂਡੀਓ ਤੋਂ ਸਵਾਗਤ ਹੈ ਜੀ। ਮਨਜੀਤ ਸਿੰਘ ਫਿਰਮਣ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡੇਰੀ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਪੰਕਤੀਆਂ ਹਨ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਐਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਸੋ ਉਸ ਸਮੇਂ ਦੇ ਜੋ ਹਾਲਾਤ ਸਨ ਕਿ ਬਾਬਰ ਜਿਹੜਾ ਮੁਗਲ ਐਂਪਰਰ ਸੀਗਾ, ਉਹਨੇ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਹਮਲਾ ਕੀਤਾ ਔਰ ਫਿਰ ਭਾਰਤ ਦੇ ਵਿੱਚ। ਉਹ ਹਾਲਾਤ ਜਿਹੜੇ ਸੀਗੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੇ ਸੋਹਣੇ ਬਿਆਨ ਕੀਤੇ। ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਫਗਾਨਿਸਤਾਨ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਉੱਪਰ ਚਰਚਾ ਕਰਾਂਗੇ, ਕਿਉਂਕਿ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਇਹ ਜਿਹੜਾ ਵਿਸ਼ਾ ਹੈ ਚਰਚਾ ਦਾ ਵਿਸ਼ਾ ਬਣਿਆ ਪਿਆ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਦੋ ਹਿੱਸਿਆਂ ਦੇ ਵਿੱਚ ਇਸ ਨੂੰ ਵੰਡੀਏ। 9/11 ਤੋਂ ਪਹਿਲਾਂ ਕੀ ਘਟਨਾਕ੍ਰਮ ਵਾਪਰਿਆ ਔਰ ਉਸ ਤੋਂ ਬਾਅਦ ਮੌਜੂਦਾ ਸਮੇਂ ਦੇ ਵਿੱਚ ਇਹ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ। ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ ਸੰਦੀਪ ਹੁੰਦਲ ਜੀ ਪਹੁੰਚ ਚੁੱਕੇ ਨੇ। ਆਓ ਜੀ ਇਹਨਾਂ ਦਾ ਸਵਾਗਤ ਕਰਦੇ ਹਾਂ। ਭਾਜੀ ਜੀ ਆਇਆਂ ਨੂੰ, ਆਪ ਜੀ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮਨਜੀਤ ਜੀ, ਤੇ ਪੰਜਾਬੀ ਨੈਸ਼ਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਜੀ, ਇਸ ਤੋਂ ਪਹਿਲਾਂ ਕਿ ਆਪਾਂ ਅਫਗਾਨਿਸਤਾਨ ਦੀ ਹਿਸਟਰੀ ਦੇ ਉੱਪਰ ਗੱਲਬਾਤ ਸ਼ੁਰੂ ਕਰੀਏ, ਮੈਂ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਨੂੰ ਅਫਗਾਨਿਸਤਾਨ ਦੀ ਜਿਹੜੀ ਜੋਗ੍ਰਾਫੀਕਲ ਕੰਡੀਸ਼ਨ ਆ ਉਹ ਦੱਸ ਦੇਵਾਂ, ਫਿਰ ਆਪਾਂ ਗੱਲ ਤੋਰਦੇ ਹਾਂ ਜੀ। ਸੋ ਸਭ ਤੋਂ ਪਹਿਲਾਂ ਤਾਂ ਜੀ ਅਫਗਾਨਿਸਤਾਨ ਇੱਕ ਲੈਂਡਲੌਕ ਕੰਟਰੀ ਹੈ ਜੀ। ਚਾਰ ਸਫੇਰਿਓਂ ਲੈਂਡ ਨਾਲ ਘਿਰਿਆ ਵਾ, ਕੋਈ ਵੀ ਇਹਦੀ ਪਾਣੀ ਵਾਲੀ ਬਾਉਂਡਰੀ ਨਹੀਂ ਹੈਗੀ, ਸਮੁੰਦਰ ਕਿਸੇ ਬੰਨੋਂ ਨਹੀਂ ਲੱਗਦਾ ਜੀ। ਫਿਰ ਈਸਟ ਔਰ ਸਾਊਥ ਦੇ ਵਿੱਚ ਪਾਕਿਸਤਾਨ ਹੈ ਇਹਨਾਂ ਦੇ। ਅਗਰ ਵੈਸਟ ਦੀ ਗੱਲ ਕਰੀਏ ਤਾਂ ਈਰਾਨ। ਇਸੇ ਤਰ੍ਹਾਂ ਨਾਰਥ ਦੇ ਵਿੱਚ ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ, ਔਰ ਨਾਰਥ ਈਸਟ ਦੀ ਗੱਲ ਕਰੀਏ ਤਾਂ ਤਜਾਕਿਸਤਾਨ ਤੇ ਚਾਈਨਾ। ਸੋ ਕੁੱਲ ਮਿਲਾ ਕੇ ਇਹਨਾਂ ਦੀ ਜਿਹੜੀ ਲੋਕੇਸ਼ਨ ਆ ਬੜੀ ਸਟ੍ਰੈਟੇਜਿਕ ਆ ਜੀ। ਔਰ ਇਹੀ ਲੱਗਦਾ ਕਾਰਨ ਮੈਨੂੰ ਕਿ ਹੁਣ ਤੱਕ ਸਾਰੀ ਦੁਨੀਆ ਦੇ ਲਈ ਇੱਕ ਕਹਿ ਲਓ ਵੀ ਸੈਂਟਰ ਆਫ ਅਟਰੈਕਸ਼ਨ ਰਿਹਾ ਅਫਗਾਨਿਸਤਾਨ ਸ਼ੁਰੂ ਤੋਂ ਲੈ ਕੇ ਜੀ। ਅਗਰ ਪਾਪੂਲੇਸ਼ਨ ਦੀ ਗੱਲ ਕਰੀਏ ਤੇ 38 ਮਿਲੀਅਨ ਪਾਪੂਲੇਸ਼ਨ ਆ ਜੀ ਇੱਥੇ ਦੀ। ਲਗਭਗ ਮੈਨੂੰ ਲੱਗਦਾ ਵੀ ਜਿੰਨੀ ਕਿ ਕੈਨੇਡਾ ਦੀ ਆ ਉਨੀ ਕੀ ਪਾਪੂਲੇਸ਼ਨ ਅਫਗਾਨਿਸਤਾਨ ਦੀ ਆ ਜੀ। ਹੁਣ ਮੈਂ ਤੁਹਾਨੂੰ ਦਰਖਾਸਤ ਕਰਾਂਗਾ ਕਿ ਜਿਹੜੀ 9/11 ਤੋਂ ਪਹਿਲਾਂ ਦੀ ਅਫਗਾਨ ਹਿਸਟਰੀ ਆ ਉਹਦੀ ਥੋੜ੍ਹੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ। ਅਫਗਾਨਿਸਤਾਨ ਦੀ ਜਿਹੜੀ ਰਿਕਾਰਡਡ ਹਿਸਟਰੀ ਜੀ ਆਲਮੋਸਟ 550 BC ਜੀ, ਜਿਹੜਾ ਬਿਫੋਰ ਕਾਮਨ ਐਰਾ ਵੀ ਕਹਿ ਦਿੰਦੇ ਇਹਨੂੰ ਆਪਾਂ, ਉਦੋਂ ਰਿਕਾਰਡ ਕਰਨੀ ਸ਼ੁਰੂ ਕੀਤੀ ਸੀ ਜੀ ਰੋਮਨ ਅੰਪਾਇਰ ਵਾਲਿਆਂ ਨੇ। ਸੋ ਉਸ ਤੋਂ ਬਾਅਦ ਜਿਹੜਾ ਉੱਥੋਂ ਦਾ ਰੂਲ ਸੀ ਉਹ ਪਰਸ਼ੀਆ ਜਾਂ ਜਿਹੜਾ ਈਰਾਨ ਦਾ ਕਹਿ ਲਓ ਜੀ, ਜਿਹੜੇ ਪਰਸ਼ੀਅਨ ਬੋਲਣ ਵਾਲੇ ਬਿਲਕੁਲ ਸੀਗੇ ਲੋਕ, ਉਹ ਉੱਥੇ ਕਾਬਜ ਸੀ ਅਫਗਾਨਿਸਤਾਨ ਤੇ ਉਸ ਸਮੇਂ ਦੇ ਵਿੱਚ। ਕੋਈ 329 BC ਦੇ ਕਰੀਬ ਅਲੈਗਜ਼ੈਂਡਰ ਜਾਂ ਜਿਹਨੂੰ ਆਪਾਂ ਸਿਕੰਦਰ ਕਹਿੰਦੇ ਹਾਂ, ਉਹਨੇ ਉੱਥੇ ਹਮਲਾ ਕੀਤਾ ਜੀ। ਉਦੋਂ ਉਹਦੇ ਲਈ ਬੜੀ ਮੁਸ਼ਕਲ ਸਾਬਿਤ ਹੋਇਆ, ਕਿਉਂਕਿ ਜਿਹੜਾ ਦਾ ਟ੍ਰੇਨ ਆ, ਜਿਹੜਾ ਜਿਸ ਤਰ੍ਹਾਂ ਦੀ ਇਹਦੀ ਲੋਕੇਸ਼ਨ ਹੈ ਪਲੱਸ ਮਾਊਂਟੇਨੀਅਸ ਹਾਂਜੀ ਬਿਲਕੁਲ, ਉਹਨੂੰ ਕਾਫੀ ਮੁਸ਼ਕਲਾਂ ਉਹਨੂੰ ਪੇਸ਼ ਆਈਆਂ ਉਸ ਟਾਈਮ 'ਤੇ ਵੀ ਉਹਨੂੰ ਜਿੱਤਣ ਵਿੱਚ। ਹਾਲਾਂਕਿ ਸਿਕੰਦਰ ਬਹੁਤ ਜ਼ਿਆਦਾ ਸਟਰੋਂਗ ਇੱਕ ਐਂਪਰਰ ਸੀ ਆਪਣੇ ਸਮੇਂ ਦਾ। ਸੋ ਜਦੋਂ ਉਹਨੇ ਉੱਥੇ ਇਨਵੇਡ ਕੀਤਾ ਤੇ ਉਹਦੇ ਇਨਵੇਟ ਕਰਨ ਦਾ ਕਾਰਨ ਵੀ ਇਹੀ ਸੀ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਜੀਓਗ੍ਰਾਫੀਕਲ ਲੋਕੇਸ਼ਨ ਅਫਗਾਨਿਸਤਾਨ ਦੀ ਇਟਸ ਵੈਰੀ ਇੰਪੋਰਟੈਂਟ ਇਸ ਕਰਕੇ ਕਿਉਂਕਿ ਉਸ ਟਾਈਮ 'ਤੇ ਇਹ 3 ਕੰਟੀਨੈਂਟ ਯੂਰਪ, ਏਸ਼ੀਆ ਤੇ ਅਫਰੀਕਾ, ਇਹਨਾਂ ਤਿੰਨਾਂ ਦੇ ਸੈਂਟਰ 'ਚ ਪੈਂਦਾ ਸੀ ਬਿਲਕੁਲ। ਤੇ ਇੱਥੋਂ ਇਹਨੂੰ ਸਿਲਕ ਰੂਟ ਕਿਹਾ ਜਾਂਦਾ ਸੀ, ਕਿਉਂਕਿ ਉਦੋਂ ਈਸਟ ਵਾਲੇ ਪਾਸਿਓਂ, ਚਾਈਨਾ ਵਾਲੇ ਪਾਸਿਓਂ ਸਿਲਕ ਜਿਹੜਾ ਸੀ ਉਹ ਵੈਸਟ ਨੂੰ ਜਾਂਦਾ ਸੀ ਜੀ, ਤੇ ਵੈਸਟ ਵਾਲੇ ਪਾਸਿਓਂ ਗੋਲਡ, ਸਿਲਵਰ, ਜਿਹੜੀਆਂ ਮਹਿੰਗੀਆਂ ਆਈਟਮ ਜਿਹੜੀਆਂ ਸੀਗੀਆਂ ਜਾਂ ਮਹਿੰਗੀਆਂ ਧਾਤਾਂ ਸੀ ਜੀ, ਉਹਨਾਂ ਦੀ ਟ੍ਰੇਡਿੰਗ ਵਾਪਸ ਉੱਧਰ ਜਾਂਦੀ ਸੀ। ਸੋ ਇਸ ਕਰਕੇ ਅਫਗਾਨਿਸਤਾਨ 'ਚ ਸ਼ੁਰੂ ਤੋਂ ਕਾਫੀ ਜ਼ਿਆਦਾ ਸੰਪੰਨ ਦੇਸ਼ ਰਿਹਾ, ਇਸ ਕਰਕੇ ਕਿਉਂਕਿ ਉਹਨਾਂ ਦਾ ਲਾਂਘਾ ਪੈਂਦਾ ਸੀ ਉੱਥੇ ਜੀ। ਆਪਾਂ ਛੋਟੇ ਹੁੰਦਿਆਂ ਤੋਂ ਵੀ ਸੁਣਦੇ ਹਾਂ ਕਿ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਪਖਾਰੇ। ਬਿਲਕੁਲ ਸਹੀ ਗੱਲ ਹੈ। ਤੇ ਬਲਖ ਤੇ ਬੁਖਾਰਾ ਅੱਜ ਦੀ ਡੇਟ 'ਚ ਹੁਣ ਉਜ਼ਬੇਕਿਸਤਾਨ ਦੇ ਵਿੱਚ ਹੈ, ਪਰ ਜਿਹੜਾ ਬਲਖ ਹੋ ਜੇ ਵੀ ਉੱਥੇ ਅਫਗਾਨਿਸਤਾਨ 'ਚ ਜੀ। ਤੇ ਉਹਨਾਂ ਦਾ ਜ਼ਿਕਰ ਇਸੇ ਕਰਕੇ ਕੀਤਾ ਜਾਂਦਾ ਸੀ ਕਿ ਉਨੀਆਂ ਜਿਹੜੀਆਂ ਸੰਪੰਨ ਜਗ੍ਹਾ ਸੀ ਬਲਖ ਤੇ ਬੁਖਾਰਾ, ਉਹਦੇ ਬਾਵਜੂਦ ਵੀ ਕਹਿੰਦੇ ਸੀ ਕਿ ਜਿਹੜਾ ਆਪਣੇ ਘਰ ਦੇ ਵਿੱਚ ਜਿਹੜਾ ਸੁੱਖ, ਜਿਹੜਾ ਛੱਜੂ ਦਾ ਚੁਬਾਰਾ ਲਾਹੌਰ ਦੇ ਵਿੱਚ ਸੀ, ਉੱਥੇ ਕਿਹਾ ਜਾਂਦਾ ਸੀ ਕਿ ਜੋ ਆਪਣੇ ਘਰ ਦਾ ਸੁੱਖ ਆ ਉਹਦੇ ਨਾਲ ਦਾ ਸੁੱਖ ਨਹੀਂ। ਪਰ ਉਹ ਐਗਜ਼ਾਮਪਲ ਇੱਦਾਂ ਯੂਜ਼ ਕੀਤੀ ਜਾਂਦੀ ਸੀ ਕਿਉਂਕਿ ਬਹੁਤ ਹੀ ਜ਼ਿਆਦਾ ਸੰਪੰਨ ਕੰਟਰੀ ਸੀ ਉਸ ਸਮੇਂ ਵਿੱਚ ਅਫਗਾਨਿਸਤਾਨ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਹਰ ਬੰਦਾ, ਹਰ ਧਾੜਵੀ ਦੀ ਨਜ਼ਰ ਅਫਗਾਨਿਸਤਾਨ 'ਤੇ ਇਸ ਕਰਕੇ ਸੀ ਕਿਉਂਕਿ ਇੰਪੋਰਟੈਂਟ ਜਿਹੜੇ ਰੂਟ ਸੀ ਉਹ ਕੈਪਚਰ ਕਰਨਾ ਚਾਹੁੰਦਾ ਸੀ, ਕਿਉਂਕਿ ਸਾਰੀ ਟ੍ਰੇਡਿੰਗ ਉੱਥੇ ਹੁੰਦੀ ਸੀ, ਪੈਸਾ ਵੀ ਉੱਥੇ ਸੀ। ਇਸ ਕਰਕੇ ਉਸ ਤੋਂ ਬਾਅਦ ਹੋਰ ਵੀ ਕਈ ਧਾੜਵੀਆਂ ਨੇ ਉੱਥੇ ਹਮਲਾ ਕੀਤਾ
ਆਪਣੇ ਮੰਗੋਲੀਅਨਸ ਚੰਗੇਜ਼ ਖਾਨ ਜੀ, ਉਹਨੇ ਉੱਥੇ ਹਮਲਾ ਕੀਤਾ ਆਲਮੋਸਟ 1200 ਦੇ ਵਿੱਚ, ਜਿਹੜਾ ਕਾਮਨ ਐਰਾ ਜਿਹਨੂੰ ਆਪਾਂ ਏਡੀ ਕਹਿ ਦਿੰਦੇ, ਉਦੋਂ ਉਹਨੇ ਉੱਥੇ ਕਬਜ਼ਾ ਕੀਤਾ। ਫਿਰ ਕਾਫੀ ਸਮੇਂ ਤੱਕ ਉਹਦਾ ਉੱਥੇ ਰਾਜ ਚੱਲਦਾ ਰਿਹਾ। ਉਸ ਤੋਂ ਬਾਅਦ ਇਬਰਾਹਿਮ ਲੋਧੀ ਆ ਗਏ ਜੀ, ਲੋਧੀ ਡਾਇਨੈਸਟੀ ਵਾਲੇ, ਉਹਨਾਂ ਨੇ ਉੱਥੇ ਕਾਫੀ ਦੇਰ ਰਾਜ ਕੀਤਾ। ਉਸ ਤੋਂ ਬਾਅਦ ਆਪਣੇ ਜਿਹੜੇ ਦੁਰਾਨੀ ਅੰਪਾਇਰ ਸੀ, ਦੁਰਾਨੀ ਅੰਪਾਇਰ ਦਾ ਉੱਥੇ ਕਬਜ਼ਾ ਹੋ ਗਿਆ, ਜਿਹਦੇ ਨਾਲ ਆਪਣੇ ਸਿੱਖਾਂ ਦੀਆਂ, ਮਹਾਰਾਜਾ ਰਣਜੀਤ ਸਿੰਘ ਦੀਆਂ ਲੜਾਈਆਂ ਵੀ ਹੋਈਆਂ। ਇਹ ਕੋਈ 1818 ਤੋਂ ਲੈ ਕੇ 1813 ਤੋਂ ਲੈ ਕੇ ਜੀ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਉੱਧਰ ਵਧਾਉਣਾ ਸ਼ੁਰੂ ਕੀਤਾ ਜੀ। 1813 ਦੇ ਵਿੱਚ ਉਹਨਾਂ ਅਟਕ ਦਾ ਕਿਲ੍ਹਾ ਜਿੱਤਿਆ। ਉਸ ਤੋਂ ਬਾਅਦ 1818 ਦੇ ਕਰੀਬ ਉਹਨਾਂ ਨੇ ਫਿਰ ਮੁਲਤਾਨ ਦੀ ਜੰਗ ਜਿੱਤੀ। ਫਿਰ ਹੌਲੀ ਹੌਲੀ ਉਹਨਾਂ ਕਸ਼ਮੀਰ ਜੀ ਪਿਸ਼ਾਵਰ ਕਰਦਿਆਂ ਉਹ ਆਪਣਾ ਰਾਜ ਉਹਨਾਂ ਕਾਫੀ ਵਧਾ ਲਿਆ। ਉਸ ਤੋਂ ਬਾਅਦ ਕਾਬਲ ਤੱਕ ਪਹੁੰਚ ਗਏ ਸੀ। ਹਾਂਜੀ। ਉਸ ਤੋਂ ਬਾਅਦ ਬ੍ਰਿਟਿਸ਼ਰ ਆ ਗਏ ਜੀ। ਬ੍ਰਿਟਿਸ਼ਰਸ ਨੇ ਫਿਰ ਉਸ ਤੋਂ ਬਾਅਦ ਐਂਗਲੋ ਅਫਗਾਨ ਵਾਰਸ ਹੋਈਆਂ ਆਲਮੋਸਟ 1838 ਤੋਂ ਲੈ ਕੇ 1907 ਦੇ ਤੱਕ 3 ਵਾਰਸ ਉਹਨਾਂ ਹੋਈਆਂ ਬ੍ਰਿਟਿਸ਼ਰਸ ਦੀਆਂ ਦੇ ਨਾਲ, ਅਫਗਾਨਸ ਦੇ ਨਾਲ। ਪਰ ਇਹ ਖਿੱਤਾ ਇਹੋ ਜਿਹਾ ਜੀ, ਇਹਦੇ ਵਿੱਚ ਹਰ ਜਿਹੜਾ ਧਾੜਵੀ ਸੀ ਜਾਂ ਹਰ ਇੱਕ ਜਿਹੜੀ ਸਟਰੋਂਗ ਕੰਟਰੀ ਸੀ ਉਹਨੇ ਅਟੈਕ ਕੀਤਾ, ਇਨਵੇਡ ਕੀਤਾ। ਪਰ ਜਿਹੜਾ ਸਭ ਤੋਂ ਵੱਧ ਸਮਝਦਾਰ ਰਾਜ ਰਿਹਾ ਹਮੇਸ਼ਾ ਉੱਥੋਂ ਦੇ ਲੋਕਲ ਜਿਹੜੇ ਇੰਡੀਜਨਸ ਪੀਪਲ ਸੀ, ਅਫਗਾਨਸ, ਉਹ ਵਾਪਸ ਰਾਜ ਦੇ ਵਿੱਚ ਆਏ ਜਿੰਨੀ ਵਾਰੀ ਕਿਸੇ ਨੇ ਅਟੈਕ ਕੀਤਾ ਜੀ। ਜਿਹੜੇ ਵਰਲਡ ਵਾਰ ਤੋਂ ਪਹਿਲਾਂ ਦੇ ਜਿਹੜੇ ਸੀਗੇ ਕੁਝ ਸਮੀਕਰਨ ਇੱਦਾਂ ਸੀ ਕਿ ਕਿਉਂਕਿ ਅਫਗਾਨਿਸਤਾਨ ਅਨਕੌਨਕਰਡ ਸੀ ਉਸ ਟਾਈਮ 'ਤੇ, ਕਿਸੇ ਦੇ ਕੋਲ ਨਹੀਂ ਸੀ। ਇੱਕ ਪਾਸੇ ਰਸ਼ੀਆ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਜੀ, ਆਪਣਾ ਅੰਪਾਇਰ ਵਧਾ ਰਿਹਾ ਸੀ। ਯੂਕੇ ਨੇ ਆਲਰੇਡੀ ਇੰਡੀਆ 'ਤੇ ਉਹਨਾਂ ਇਨਵੇਡ ਕਰ ਚੁੱਕੇ ਸੀ, ਇੰਡੀਆ 'ਤੇ ਉਹਨਾਂ ਦਾ ਰਾਜ ਸੀ। ਉਹ ਆਪਣੇ ਉਸ ਪੂਰੇ ਰੀਜਨ ਦੇ ਵਿੱਚ ਆਪਣੀ ਹੋਰ ਵਧਾਉਣਾ ਚਾਹੁੰਦੇ ਸੀ। ਅਤੇ ਅਫਗਾਨਿਸਤਾਨ ਨੂੰ ਕਿਉਂਕਿ ਇੰਪੋਰਟੈਂਟ ਸੀ, ਕਿਉਂਕਿ ਅਫਗਾਨਿਸਤਾਨ ਰਸ਼ੀਆ ਅਤੇ ਬ੍ਰਿਟਿਸ਼ ਦੀ ਜਿਹੜੀਆਂ ਬਾਉਂਡਰੀ ਸੀ ਉਹਦੇ ਰਾਜ ਦੀਆਂ, ਉਹਦੇ ਬਿਲਕੁਲ ਵਿਚਕਾਰ ਪੈਂਦਾ ਸੀ। ਬਿਲਕੁਲ ਇੱਕ ਪਾਸੇ ਰਸ਼ੀਆ ਚਾਹੁੰਦਾ ਸੀ ਕਿ ਸਾਡੇ ਕੋਲ ਅਫਗਾਨਿਸਤਾਨ ਆ ਜਾਏ ਤਾਂ ਕਿ ਅਸੀਂ ਸਾਊਥ ਈਸਟ ਏਸ਼ੀਆ, ਜਿਹੜਾ ਇੰਡੀਆ ਉਦੋਂ ਕਾਫੀ ਰਿਚ ਕੰਟਰੀ ਮੰਨੀ ਜਾਂਦੀ ਸੀ। ਇੰਗਲੈਂਡ ਵਾਲੇ ਇੰਡੀਆ ਨੂੰ ਆਪਣਾ ਕਰਾਊਨ ਜੂਅਲ ਕਹਿੰਦੇ ਸੀ, ਕਿਉਂਕਿ ਸਾਰਾ ਪੈਸਾ, ਬਹੁਤ ਜ਼ਿਆਦਾ ਪੈਸਾ ਉੱਥੋਂ ਉਹਨਾਂ ਨੂੰ ਆਉਂਦਾ ਸੀ ਟ੍ਰੇਡ ਦੇ ਥਰੂ। ਸੋ ਉਹਨਾਂ ਦੇ ਦਿਮਾਗ 'ਚ ਇਹ ਸੀ ਕਿ ਇਸ ਤੋਂ ਪਹਿਲਾਂ ਕਿ ਰਸ਼ੀਆ ਅਟੈਕ ਕਰਕੇ ਇੰਡੀਆ 'ਤੇ ਕਬਜ਼ਾ ਕਰੇ, ਅਸੀਂ ਇਹਨਾਂ ਨੂੰ ਥੋੜ੍ਹਾ ਪਿੱਛੇ ਧੱਕੀਏ। ਸੋ ਉਹਨਾਂ ਨੇ ਬਰਮਾ, ਪਾਕਿਸਤਾਨ ਦੇ ਵਿੱਚ ਉੱਥੇ ਆਪਣੇ ਉਹਨਾਂ ਭੇਜੇ ਤਾਂ ਕਿ ਉਹ ਆਪਣਾ ਸਟਰੋਂਗ ਹੋਲਡ ਵਧਾਉਣ। ਇੱਧਰੋਂ ਰਸ਼ੀਆ ਜਿਹੜਾ ਸੀ ਉਹ ਵੀ ਆਪਣਾ ਹੋਲਡ ਵਧਾਉਣਾ ਚਾਹੁੰਦਾ ਸੀ। ਇਹਨੂੰ ਗ੍ਰੇਟ ਗੇਮ ਦਾ ਨਾਂ ਦਿੱਤਾ ਗਿਆ ਅਤੇ ਗ੍ਰੇਟ ਗੇਮ ਦੇ ਸੈਂਟਰ ਦੇ ਵਿੱਚ ਸੀ ਅਫਗਾਨਿਸਤਾਨ ਜੀ। ਦੁਨੀਆ ਦੇ 2 ਸੁਪਰ ਪਾਵਰਸ ਆਪਸ 'ਚ ਇੱਕ ਦੂਜੇ ਨੂੰ, ਪਰ ਉਹ ਡਾਇਰੈਕਟ ਇੱਕ ਦੂਜੇ ਨੂੰ ਫਾਈਟ ਨਹੀਂ ਸੀ ਕਰਨਾ ਚਾਹੁੰਦੇ। ਕੋਲਡ ਵਾਰ ਕਹਿੰਦੇ ਸੀ, ਕੋਲਡ ਵਾਰ ਸੀ ਜੀ। ਡਾਇਰੈਕਟ ਫਾਈਟ ਨਹੀਂ ਸੀ ਕਰਨਾ ਚਾਹੁੰਦੇ, ਪਰ ਆਪਣਾ ਇੰਡੀਆ 'ਤੇ ਕਬਜ਼ਾ ਨਹੀਂ ਸੀ ਛੱਡਣਾ ਚਾਹੁੰਦੇ ਜਾਂ ਉਸ ਏਰੀਏ 'ਤੇ ਆਪਣੀ ਤਾਕਤ ਹੋਰ ਵਧਾਉਣਾ ਚਾਹੁੰਦੇ ਸੀ। ਪਰ ਫਿਰ ਅਫਗਾਨਿਸਤਾਨ ਵਰਲਡ ਵਾਰ ਦੇ ਦੌਰਾਨ, ਜਿਹੜਾ 1919 ਦੇ ਵਿੱਚ ਵਰਲਡ ਵਾਰ ਆਪਣੀ ਮੁੱਕੀ ਹੈ, ਉਸ ਟਾਈਮ ਤੱਕ ਅਫਗਾਨਿਸਤਾਨ ਨੇ ਆਪਣੇ ਆਪ ਨੂੰ ਇੰਡੀਪੈਂਡੈਂਟ ਕਰ ਲਿਆ ਸੀ ਇੰਡੀਆ ਤੋਂ ਵੀ ਪਹਿਲਾਂ। ਬਿਲਕੁਲ। ਅਤੇ ਇਹਨਾਂ ਫਿਰ ਉੱਥੇ ਰਾਵਲਪਿੰਡੀ ਟਰੀਟੀ ਇਹਨਾਂ ਸਾਈਨ ਕਰ ਲਈ ਸੀ ਇੰਗਲੈਂਡ ਵਾਲਿਆਂ ਨੇ। ਉਸ ਤੋਂ ਪਹਿਲਾਂ ਇਹ ਆਲਰੇਡੀ ਰਸ਼ੀਆ ਨਾਲ ਟਰੀਟੀ ਸਾਈਨ ਕਰ ਚੁੱਕੇ ਸੀ। ਉਸ ਤੋਂ ਬਾਅਦ 1923 ਦੇ ਵਿੱਚ ਅਮਾਨ ਉੱਲਾ, ਉੱਥੇ ਇੱਕ ਸੀਗਾ ਉੱਥੋਂ ਦਾ ਸ਼ਾਸਕ, ਉਹ ਆ ਗਿਆ। ਸੋ ਅਮਾਨ ਉੱਲਾ ਨੇ ਆ ਕੇ ਉੱਥੇ ਕਿਹਾ ਕਿ ਅਸੀਂ ਜ਼ਿਆਦਾ ਵੈਸਟਰਨ ਵਾਲੇ ਪਾਸੇ ਝੁਕਾਅ ਰੱਖਾਂਗੇ। ਸੋ ਉਸ ਟਾਈਮ 'ਤੇ ਉਹਨਾਂ ਵੂਮਨ ਨੂੰ ਉਸ ਟਾਈਮ 'ਤੇ ਕਾਫੀ ਰਾਈਟਸ ਦੇ ਦਿੱਤੇ। ਉਸ ਟਾਈਮ 'ਤੇ ਉਹਨਾਂ ਇੱਕ ਤਰ੍ਹਾਂ ਨਾਲ ਡੈਮੋਕ੍ਰੇਸੀ ਇਸਟੈਬਲਿਸ਼ ਕਰਨੀ ਚਾਹੀ, ਕਰ ਨਹੀਂ ਸਕੇ ਕਿਉਂਕਿ ਜਿਹੜੇ ਕੰਜ਼ਰਵੇਟਿਵ ਸੀ ਉੱਥੋਂ ਦੇ, ਉਹਨਾਂ ਨੇ ਰਜਿਸਟ ਕੀਤਾ ਬਹੁਤ। ਸੋ ਕਸ਼ਮਕਸ਼ ਚੱਲਦੀ ਰਹੀ। ਉਸ ਤੋਂ ਬਾਅਦ ਜਿਹੜਾ ਕਾਫੀ ਆਪਾਂ ਅੱਗੇ ਫਾਸਟ ਫਾਰਵਰਡ ਕਰ ਲਈਏ, ਕਿਉਂਕਿ ਉਹ ਸਾਰਾ ਟਾਈਮ ਇਹਨਾਂ ਦੀ ਇੰਟਰਨਲ ਇੱਕ ਦੂਜੇ ਦੇ ਨਾਲ ਜਿਹੜੀ ਸੀ ਆਪਸ, ਜਿਹੜੇ ਕੰਜ਼ਰਵੇਟਿਵ ਸੀ ਅਤੇ ਲਿਬਰਲ ਕਹਿ ਲਓ, ਜਾਂ ਜਿਹੜੇ ਥੋੜ੍ਹੇ ਮਾਡਰਨ ਜਾਂ ਵੈਸਟਰਨ ਜਿਹੜੇ ਇਨਕਲਾਈਨਿੰਗ ਜਿਹੜੇ ਸੀਗੇ ਗਰੁੱਪ, ਉਦਾਰਵਾਦੀ, ਰੂੜੀਵਾਦੀ, ਹਾਂਜੀ ਐਗਜ਼ੈਕਟਲੀ, ਅਤੇ ਉਹ ਆਪਸ ਦੇ ਵਿੱਚ ਕਰਦੇ ਰਹੇ। ਫਿਰ ਫਾਸਟ ਫਾਰਵਰਡ ਕਰ ਲਓ ਜੀ 1973 ਦੇ ਵਿੱਚ ਤਖਤਾ ਪਲਟ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਸਮਾਂ ਸੀ ਉਹਨੂੰ ਮਨਾਰਕੀ ਕਹਿੰਦੇ ਸੀ, ਕਿ ਮਨਾਰਕੀ ਰਾਜਤੰਤਰ ਸੀਗਾ ਜੀ। ਅਤੇ ਉਸ ਤੋਂ ਬਾਅਦ ਆ ਕੇ ਦਾਊਦ ਖਾਨ ਨੇ ਆ ਕੇ ਉੱਥੇ ਆਪਣਾ ਤਖਤਾ ਪਲਟ ਕਰਕੇ, ਮੁਹੰਮਦ ਸਰਦਾਰ ਦਾਊਦ ਖਾਨ, ਹਾਂਜੀ, ਅਤੇ ਉਹਨਾਂ ਤਖਤਾ ਪਲਟ ਕਰਕੇ ਉਹਨਾਂ ਉੱਥੇ ਆਪਣਾ ਰਾਜ ਸਥਾਪਿਤ ਕਰ ਲਿਆ। 5 ਸਾਲ ਉਹਨਾਂ ਨੇ ਉੱਥੇ ਰਾਜ ਕੀਤਾ। ਉਹ ਕੰਜ਼ਰਵੇਟਿਵ ਨੂੰ ਬਿਲੋਂਗ ਕਰਦੇ ਸੀ, ਉਸ ਗਰੁੱਪ, ਉਹ ਸਾਰੇ ਗਰੁੱਪ ਉਹਨਾਂ ਦੇ ਨਾਲ ਸੀ, ਮੁਹੰਮਦ ਦਾਊਦ ਖਾਨ ਦੇ ਨਾਲ। ਪਰ 1978 ਦੇ ਵਿੱਚ ਰਸ਼ੀਆ ਦੀ ਹੈਲਪ ਦੇ ਨਾਲ ਉਹਨਾਂ ਦੀ ਅਸੈਸੀਨੇਸ਼ਨ ਕਰਤੀ ਗਈ, ਉਹਨਾਂ ਨੂੰ ਕਤਲ ਕਰਤਾ ਗਿਆ ਜੀ। ਉਸ ਸਮੇਂ ਤੋਂ ਫਿਰ ਰਸ਼ੀਆ ਦੀ ਸਪੋਰਟ ਨਾਲ ਉੱਥੇ ਇੱਕ ਗਵਰਨਮੈਂਟ ਐਸਟੈਬਲਿਸ਼ ਕੀਤੀ ਗਈ। ਰਸ਼ੀਆ ਨੇ ਆਪਣੇ ਲੜਾਕੇ ਉੱਥੇ ਭੇਜੇ ਤਾਂ ਕਿ ਉਸ ਰੀਜਨ ਦੇ ਵਿੱਚ ਜਾਂ ਅਫਗਾਨਿਸਤਾਨ ਦੇ ਵਿੱਚ, ਉਹਦਾ 2 ਪਰਪਸ ਸੀ। ਇੱਕ ਤੇ ਸੀਗਾ ਜਿਹੜਾ ਬਿਜ਼ਨਸ, ਉਹ ਆਪਣੇ ਰੂਟ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਜਿਹੜੇ ਸੀਗੇ ਸਿਲਕ ਰੂਟ। ਦੂਜਾ ਉਹਨਾਂ ਦਾ ਪਰਪਸ ਸੀ ਕਿ ਉੱਥੇ ਆਪਾਂ ਡੈਮੋਕ੍ਰੇਸੀ ਇਸਟੈਬਲਿਸ਼ ਕਰੀਏ, ਕਿਉਂਕਿ ਰਸ਼ੀਆ ਨੂੰ ਜੇ ਖਤਰਾ ਸੀ, ਜੇ ਹੋਰ ਕੋਈ ਬਾਹਰੋਂ ਆ ਕੇ ਰਸ਼ੀਆ ਨੂੰ ਕੋਈ ਖਤਰਾ ਜਾਂ ਕੋਈ ਨੁਕਸਾਨ ਪਹੁੰਚਾ ਸਕਦਾ ਸੀ, ਉਹ ਅਫਗਾਨਿਸਤਾਨ ਦੇ ਥਰੂ ਹੋ ਕੇ ਰਸਤਾ ਜਾਣਾ ਸੀ ਜੀ।
ਸੋ ਉਹਨਾਂ ਆਪਣੇ ਜੰਗੀ ਉੱਥੇ ਆਪਣੇ ਲੜਾਕੇ ਭੇਜੇ, ਆਪਣੀ ਫੌਜ ਭੇਜੀ। ਕੁਝ 10 ਸਾਲ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਜਾਰੀ ਰੱਖੀ ਕਿ ਅਸੀਂ ਇੱਥੇ ਡੈਮੋਕ੍ਰੇਸੀ ਸਟੈਬਲਿਸ਼ ਕਰ ਦਈਏ, ਅਸੀਂ ਇੱਥੇ ਸ਼ਾਂਤੀ ਸਥਾਪਿਤ ਕਰੀਏ। ਕੁਝ 10 ਸਾਲ ਦੀ ਕਸ਼ਮਕਸ਼ ਤੋਂ ਬਾਅਦ ਫਿਰ ਉਹਨਾਂ ਨੂੰ ਇੰਟਰਨਲੀ ਬਹੁਤ ਰੈਜ਼ਿਸਟੈਂਸ ਹੋ ਗਈ, ਗਵਰਨਮੈਂਟ ਜਿਹੜੀ ਉਹਦੇ ਲੋਕਲ ਸੀ ਜਿਹੜੇ ਵਾਪਸ ਹੋਮ ਕੰਟਰੀ ਦੇ ਵਿੱਚ, ਕਿ ਤੁਸੀਂ ਬਹੁਤ ਜ਼ਿਆਦਾ ਨੁਕਸਾਨ ਕਰਵਾ ਰਹੇ ਆ। ਆਪਾਂ ਉਸ ਟਾਈਮ ਤੇ ਉਹਨੂੰ ਸੋਵੀਅਤ ਕਿਹਾ ਜਾਂਦਾ, USSR ਸੀ ਜਿਹੜਾ ਰਸ਼ੀਆ ਸੀ। ਫਿਰ 1979 ਦੇ ਕਰੀਬ ਉਹਨਾਂ ਨੂੰ ਪ੍ਰੈਸ਼ਰ ਦੇ UN ਦਾ ਪ੍ਰੈਸ਼ਰ ਸੀ, ਇੰਟਰਨਲ ਹੋਮ ਪ੍ਰੈਸ਼ਰ ਸੀ ਘਰ ਵੱਲੋਂ, ਉਹਨਾਂ ਨੂੰ ਉੱਥੋਂ ਨਿਕਲਣਾ ਪਿਆ 1979 ਦੇ ਵਿੱਚ। ਸੋ ਉਹਨਾਂ ਦੇ ਨਿਕਲਣ ਤੋਂ ਬਾਅਦ ਜਿਹੜੇ ਹਾਲਾਤ ਸੀ ਬਹੁਤ ਜਲਦੀ ਨਾਲ ਚੇਂਜ ਹੋ ਗਏ। ਦੁਬਾਰਾ ਜਿਹੜੇ ਜਿਹੜੇ ਸੀਗੇ ਆਪਣੇ ਮੁਜਾਹਿਦੀਨ ਸੀ, ਜਿਨ੍ਹਾਂ ਨੂੰ ਪਾਕਿਸਤਾਨ ਵੀ ਸਪੋਰਟ ਕਰਦਾ ਸੀ, ਇੱਕ ਤਰ੍ਹਾਂ ਨਾਲ US ਵੀ ਸਪੋਰਟ ਕਰਦਾ ਸੀ, ਤਾਂ ਉਹ ਚਾਹੁੰਦੇ ਸੀ ਕਿ ਅਸੀਂ ਆਪਣਾ ਵਾਪਸ ਕਬਜ਼ਾ ਆਪਣੇ ਹੱਥ 'ਚ ਲੈ ਲਈਏ। ਸੋ ਕੁਝ 92 ਦੇ ਕਰੀਬ 1992 ਤੱਕ ਉਹਨਾਂ ਨੇ ਉੱਥੇ ਆਪਣਾ ਕਬਜ਼ਾ ਵਧਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਆਏ ਜੀ ਤਾਲਿਬਾਨ, ਜਿਹਨਾਂ ਨੂੰ ਅੱਜ ਆਪਾਂ ਸਭ ਤੋਂ ਵੱਡਾ ਥ੍ਰੈਟ ਮੰਨਦੇ ਹਾਂ। ਬਿਲਕੁਲ। ਤਾਲਿਬਾਨ ਦਾ ਮਤਲਬ ਹੈ ਜੀ ਸਟੂਡੈਂਟ। ਬਿਲਕੁਲ, ਤਾਲਿਬਸ। ਸੋ ਜਿਹੜੇ ਸਟੂਡੈਂਟ ਸੀ, ਜਦੋਂ ਮੂਵਮੈਂਟ ਸਟਾਰਟ ਹੋਈ ਉਦੋਂ ਸਾਰੇ ਲੋਕਾਂ ਨੂੰ ਲੱਗਾ ਕਿ ਇਹ ਨਵੀਂ ਹੋਪ ਹੈ, ਕਿਉਂਕਿ ਸਟੂਡੈਂਟ ਹੈ, ਸਿੱਖਣਾ ਚਾਹੁੰਦੇ, ਜ਼ਿਆਦਾ ਓਪਨ ਹੋਣਗੇ, ਯੰਗ ਜਨਰੇਸ਼ਨ ਅੱਗੇ ਆਊਗੀ ਤੇ ਕੰਟਰੀ ਨੂੰ ਅੱਗੇ ਲੈ ਕੇ ਜਾਣਗੇ। ਪਰ ਇਦਾਂ ਹੋਇਆ ਨਹੀਂ, ਕਿਉਂਕਿ ਤਾਲਿਬਾਨ ਦਾ ਜਿਹੜਾ ਬੇਸਿਕ ਸਟਰਕਚਰ ਸੀ ਉਹ ਵੀ ਜਿਹੜਾ ਕੰਜ਼ਰਵੇਟਿਵ ਰਿਲੀਜਨ ਬੇਸਡ ਸਟਰਕਚਰ ਸੀ। ਬਿਲਕੁਲ। ਸੋ ਜਿਹੜਾ ਤਾਲਿਬਾਨ ਨੇ ਉੱਥੇ, ਕਿਉਂਕਿ ਫਿਰ ਜਿਹੜੇ ਲੋਕਲ ਉੱਥੇ ਰਿਲੀਜਨ ਬੇਸ ਸਾਰਾ ਕੁਝ, ਜੋ ਵੀ ਉੱਥੋਂ ਦੀ ਇਕੋਨਮੀ ਆ ਜਾਂ ਉੱਥੋਂ ਦਾ ਜਿਹੜਾ ਕਲਚਰ ਹੈ, ਉੱਥੋਂ ਦਾ ਜਿਹੜਾ ਐਵਰੀਡੇ ਲਾਈਫ ਹੈ, ਉਹ ਸਾਰਾ ਕੁਝ ਰਿਲੀਜਨ ਬੇਸਡ। ਸੋ ਤਾਲਿਬਾਨ ਨੇ ਉੱਥੇ ਆ ਕੇ ਉਹਨਾਂ 96 ਦੇ ਵਿੱਚ ਕਾਬੁਲ 'ਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਸਰਕਾਰ ਬਣਾ ਲਈ। 1996 ਤੋਂ ਲੈ ਕੇ 2001, ਜਦੋਂ ਆਪਾਂ 9/11 ਦੀ ਜਿਹੜੀ ਤੁਸੀਂ ਡੇਟ ਕਹੀਏ ਉੱਤੇ ਆਉਂਦੇ ਆ, 9/11 ਤੱਕ ਉਹਨਾਂ ਨੇ ਉੱਤੇ ਆਪਣੀ ਸਰਕਾਰ ਚਲਾਈ ਜੀ। ਤੇ ਮੈਂ ਨਾ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਣਾ ਚਾਹਾਂਗਾ। ਤੁਸੀਂ ਹੁਣੇ ਜ਼ਿਕਰ ਕੀਤਾ ਕਿ 1979 ਦੇ ਵਿੱਚ ਜਿਹੜਾ USSR ਆ ਉਹ ਇਨਵੇਡ ਕਰਦਾ ਵਾ ਅਫਗਾਨਿਸਤਾਨ ਦੇ ਵਿੱਚ, ਔਰ ਲਗਭਗ 10 ਸਾਲ ਦਾ ਸਮਾਂ ਉੱਥੇ ਬਤੀਤ ਕਰਦਾ ਵਾ, ਔਰ 89 ਦੇ ਵਿੱਚ ਅੰਡਰ ਵਿਚ ਕੰਪਲਸ਼ਨਸ ਉਹਨਾਂ ਨੂੰ ਬਾਹਰ ਆਉਣਾ ਪੈਂਦਾ। ਮੇਰਾ ਇਹ ਸਵਾਲ ਹੈ ਤੁਹਾਡੇ ਕੋਲੋਂ ਕਿ ਕੀ ਕਾਰਨ ਮੰਨਦੇ ਜੇ ਤੁਸੀਂ, ਕੀ ਇਹੋ ਜਿਹਾ ਘਟਨਾਕ੍ਰਮ ਹੋਇਆ ਕਿ ਉਹਨਾਂ ਨੂੰ ਵਾਪਸ ਆਉਣਾ ਪਿਆ, ਤੇ ਕੀ ਇਹੀ ਕਾਰਨ ਤਾਂ ਨਹੀਂ ਕਿ ਇਹ ਜਿਹੜਾ ਅਫਗਾਨਿਸਤਾਨ ਆ ਇਸ ਨੂੰ ਗ੍ਰੇਵਯਾਰਡ ਆਫ ਅੰਪਾਇਰਸ ਕਿਹਾ ਜਾਂਦਾ ਜੀ? ਹਾਂਜੀ, ਅੱਜ ਤੱਕ ਜਿੰਨੇ ਵੀ ਇਨਵੇਡਰਸ ਨੇ, ਜਿੰਨੇ ਵੀ ਧਾੜਵੀਆਂ ਨੇ ਅਫਗਾਨਿਸਤਾਨ 'ਤੇ ਅਟੈਕ ਕੀਤਾ ਜਾਂ ਉਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ 'ਚੋਂ ਕਦੇ ਵੀ ਕੋਈ ਬਹੁਤਾ ਲੰਮਾ ਸਮਾਂ ਰਾਜ ਨਹੀਂ ਕਰ ਸਕਿਆ ਜੀ। ਤੁਸੀਂ ਬਿਲਕੁਲ ਸਹੀ ਕਿਹਾ ਜੀ। ਜਿਹੜਾ ਰਸ਼ੀਆ ਦਾ ਸੀਗਾ ਉਹ ਵੀ ਸੇਮ ਕੈਟਾਗਰੀ 'ਚ ਹੀ ਫਾਲ ਕਰਦੇ ਆ, ਕਿਉਂਕਿ ਉਸ ਤੋਂ ਪਹਿਲਾਂ ਬ੍ਰਿਟਿਸ਼ਰ ਆਏ, ਉਸ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਚੰਗੇਜ਼ ਖਾਨ ਆਇਆ, ਵਿੱਚ ਦੁਰਾਨੀ ਸੀ ਜਾਂ ਹੋਰ ਸੀ, ਜਿਹੜੇ ਮੁਗਲ ਸੀ, ਬਾਬਰ ਸੀ, ਕਾਫੀ ਉਸ ਤੋਂ ਪਹਿਲਾਂ ਸਿਕੰਦਰ ਸੀ। ਪਰ ਜਿਹੜੇ ਵੀ ਲੋਕ ਆਏ ਘੁੰਮ ਫਿਰ ਕੇ ਜਿਹੜਾ ਰਾਜ ਸੀ ਦੁਆਰਾ ਜਿਹੜੇ ਲੋਕਲ ਸੀ, ਇੰਡੀਜਨਸ ਪੀਪਲ ਸੀ ਜਿਹੜੇ ਅਫਗਾਨਿਸਤਾਨ ਦੇ, ਉਹਨਾਂ ਦੇ ਕੋਲ ਹੀ ਚਲਾ ਗਿਆ। ਜਿਹੜਾ ਰਸ਼ੀਆ ਜਾਂ ਸੋਵੀਅਤ ਯੂਨੀਅਨ ਦਾ ਉੱਥੋਂ ਨਿਕਲਣ ਦਾ ਕਾਰਨ ਜ਼ਿਆਦਾ ਮੇਨ ਇਹੀ ਬਣਿਆ, ਕਿਉਂਕਿ ਇੱਕ ਤੇ ਉਹਨਾਂ ਨੂੰ ਹੋਮ ਜਿਹੜੇ ਉਹਦੀ ਕੰਟਰੀ ਦੇ ਜਿਹੜੇ ਲੋਕ ਸੀ ਉਧਰੋਂ ਬਹੁਤ ਜ਼ਿਆਦਾ ਰੈਜ਼ਿਸਟੈਂਸ ਸੀ, ਕਿਉਂਕਿ ਇਕੋਨਮੀ ਸਫਰ ਕਰ ਰਹੀ ਸੀ, ਪ੍ਰੈਸ਼ਰ ਬਹੁਤ ਬਣ ਗਿਆ। ਇੱਥੇ ਉਹਨਾਂ ਨੂੰ ਫਾਈਟ ਕਰਨਾ ਪੈ ਰਿਹਾ ਸੀ ਮੁਜਾਹਿਦੀਨ ਨਾਲ। ਜਿਹੜਾ ਫਾਈਟ ਸੀ ਉਹ ਸਿਰਫ ਉਹਨਾਂ ਦੀ ਲੋਕਲ ਬੰਦਿਆਂ ਨਾਲ ਫਾਈਟ ਨਹੀਂ ਸੀ, ਫਾਈਟ ਦੇ ਪਿੱਛੇ ਉਹਨਾਂ ਬੰਦਿਆਂ ਨਾਲ ਜਿਹਨਾਂ ਨਾਲ ਫਾਈਟ ਕਰ ਰਹੇ ਸੀ ਉਹਨਾਂ ਨੂੰ ਚਾਈਨਾ, US, ਪਾਕਿਸਤਾਨ ਵਰਗੀਆਂ ਕੰਟਰੀਆਂ ਦੀ ਸਪੋਰਟ ਸੀ। ਬਿਲਕੁਲ। ਸੋ ਉਹਨਾਂ ਹਾਲਾਤਾਂ ਦੇ ਅੱਗੇ ਉਹਨਾਂ ਨੂੰ ਝੁਕਣਾ ਪਿਆ, ਉਹਨਾਂ ਨੂੰ ਉੱਥੋਂ ਨਿਕਲਣਾ ਪਿਆ। ਤੇ ਉਸ ਤੋਂ ਥੋੜੀ ਦੇਰ ਬਾਅਦ ਜਿਹੜੀ ਯੂਨੀਅਨ ਸੀ, USSR ਸੀ, ਉਹ ਟੁੱਟ ਵੀ ਗਿਆ। ਬਿਲਕੁਲ। ਤੇ ਕਈ ਲੋਕ ਉਹਨੂੰ ਇਹ ਵੀ ਮੰਨਦੇ ਆ ਕਿ ਉਹਦੇ ਟੁੱਟਣ ਦਾ ਕਾਰਨ ਇੱਕ ਇਹ ਵੀ ਬਣਿਆ ਕਿ ਉਹਨਾਂ ਅਫਗਾਨਿਸਤਾਨ ਦੇ ਵਿੱਚ ਆਪਣਾ ਟਾਈਮ ਜਿਹੜਾ ਸੀ ਜਾਂ ਆਪਣੀ ਮਨੀ ਬਹੁਤ ਜ਼ਿਆਦਾ ਸਪੈਂਡ ਕੀਤੀ, ਇੰਟਰਨਲ ਰੈਜ਼ਿਸਟੈਂਸ ਹੋ ਗਈ। ਸੋ ਸਾਰੇ ਉਹਨਾਂ ਚੀਜ਼ਾਂ ਨੂੰ ਮਿਲਾ ਕੇ ਉਹਨਾਂ ਦੇ ਇੱਕ ਟੁੱਟਣ ਦੀ ਇੱਕ ਵਜ੍ਹਾ ਵੀ ਬਣ ਗਈ। ਬਿਲਕੁਲ ਜੀ। ਔਰ 15,000 ਦੇ ਕਰੀਬ ਇਹਨਾਂ ਦੇ ਸੈਨਿਕ ਜਿਹੜੇ ਸੀਗੇ ਉਹ ਸ਼ਹੀਦ ਹੋ ਜਾਂਦੇ ਨੇ, ਮਾਰੇ ਜਾਂਦੇ ਨੇ। ਇਹ ਜਿਹੜੀ ਉੱਥੇ ਸਿਵਲ ਵਾਰ ਚੱਲੀ ਅਫਗਾਨਿਸਤਾਨ ਦੇ ਵਿੱਚ, ਇਨਕਲੂਡਿੰਗ ਇੱਕ ਪਾਸੇ ਅਫਗਾਨਿਸਤਾਨ ਸੀ ਔਰ ਦੂਜੇ ਪਾਸੇ USSR ਕਹਿ ਲਓ, ਸੋਵੀਅਤ ਕਹਿ ਲਓ। ਸੋ ਕੁੱਲ ਮਿਲਾ ਕੇ ਜੀ ਬੜਾ ਔਖਾ ਸਮਾਂ ਕੱਢਿਆ ਰਸ਼ੀਆ ਨੇ ਉੱਥੇ। ਤੇ ਹੁਣ ਸਮਾਂ ਹੋ ਚੁੱਕਿਆ ਬ੍ਰੇਕ ਦਾ। ਬ੍ਰੇਕ ਤੋਂ ਅਗਲੇ ਹਿੱਸੇ ਵਿੱਚ ਗੱਲ ਕਰਾਂਗੇ ਕਿ 9/11 ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਕੀ ਨਵੀਆਂ ਸਮੀਕਰਨਾਂ ਬਣਦੀਆਂ ਨੇ ਔਰ ਉਹਨਾਂ ਦੀਆਂ ਅੱਗੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਉੱਪਰ ਕੀ ਇੰਪਲੀਕੇਸ਼ਨ ਹੁੰਦੀਆਂ ਨੇ। ਔਰ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਹੈ ਜੀ ਅਫਗਾਨਿਸਤਾਨ ਦੇ
ਪਿਛਲੇ ਅਤੇ ਮੌਜੂਦਾ ਹਾਲਾਤਾਂ ਦੇ ਉੱਪਰ ਔਰ ਗੱਲਬਾਤ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਸਰਦਾਰ ਸੰਦੀਪ ਸਿੰਘ ਹੁੰਦਲ ਜੀ। ਭਾਜੀ ਮੁੜ ਸਵਾਗਤ ਹੈ। ਥੈਂਕ ਯੂ ਜੀ। ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਵੀ ਕਿਵੇਂ ਜਿਹੜਾ ਅਫਗਾਨਿਸਤਾਨ ਆ BC ਤੋਂ ਲੈ ਕੇ ਤੇ ਆਪਾਂ 9/11 ਤੱਕ ਪਹੁੰਚੇ ਜੀ। 9/11 ਬੜੀ ਇੱਕ ਤਗੜੀ ਘਟਨਾ ਸੀਗੀ ਜੀ, ਜਦੋਂ ਅਮਰੀਕਾ ਦੇ ਵਿੱਚ ਜਿਹਨੂੰ ਆਪਾਂ ਟਵਿਨ ਟਾਵਰਸ ਕਹਿ ਦਿੰਦੇ ਆ ਜਾਂ ਵਰਲਡ ਟ੍ਰੇਡ ਸੈਂਟਰ ਕਹਿ ਦਿੰਦੇ ਆ ਜੀ 2001 ਦੇ ਵਿੱਚ ਹਮਲਾ ਹੁੰਦਾ। ਉਸ ਤੋਂ ਬਾਅਦ ਅਮਰੀਕਾ ਜਿਹੜਾ ਵਾ ਉਸਨੇ ਇੰਟਰਨੈਸ਼ਨਲ ਪਬਲਿਕ ਓਪੀਨੀਅਨ ਕ੍ਰੀਏਟ ਕਰਨੀ ਸ਼ੁਰੂ ਕਰਤੀ ਵੀ ਇਹ ਜਿਹੜਾ ਹਮਲਾ ਹੋਇਆ ਨਾ ਇਹ ਅਮਰੀਕਾ ਤੇ ਨਹੀਂ ਗਾ, ਇਹ ਦੁਨੀਆ ਭਰ ਦੀ ਡੈਮੋਕ੍ਰੇਸੀ ਤੇ ਹੋਇਆ ਵਾ ਔਰ ਅਸੀਂ ਸਾਰਿਆਂ ਨੇ ਮਿਲ ਕੇ ਹੁਣ ਇਸ ਦਾ ਬਦਲਾ ਵੀ ਲੈਣਾ ਵਾ ਔਰ ਅਫਗਾਨਿਸਤਾਨ ਦੇ ਵਿੱਚ ਡੈਮੋਕ੍ਰੇਸੀ ਵੀ ਸਟੈਬਲਿਸ਼ ਕਰਨੀ ਹੈ ਜੀ। ਸੋ ਉਸ ਤੋਂ ਬਾਅਦ ਕੀ ਹੋਇਆ ਇਹ ਦੱਸੋ ਜੀ। ਜੀ ਜਿਹੜਾ 9/11 ਦਾ ਅਟੈਕ ਜੀ ਸਪਟੈਂਬਰ 11 2001 ਦੇ ਵਿੱਚ ਜੀ ਨਿਊਯਾਰਕ 'ਚ ਹੋਇਆ, ਟਵਿਨ ਟਾਵਰ ਸਭ ਨੂੰ ਪਤਾ ਇੱਕੋ ਇਹੋ ਜਿਹੀ ਘਟਨਾ ਸੀ ਜਿਹੜੀ ਉਸ ਸਮੇਂ 'ਚ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਇੱਕ ਬੰਦੇ ਦੀ ਇੱਕ ਬਹੁਤ ਵੱਡੀ ਲਾਈਫ ਚੇਂਜਿੰਗ ਇਵੈਂਟ ਕਹਿ ਲਓ ਸੀ, ਤੇ ਦੁਨੀਆ ਦੇ ਲਈ ਵੀ ਸੀ, ਅਮਰੀਕਾ ਲਈ ਸੀ, ਹੋਰ ਬਾਕੀ ਸਾਰੀਆਂ ਕੰਟਰੀਜ਼ ਦੇ ਲਈ ਵੀ ਇੱਕ ਬਹੁਤ ਵੱਡੀ ਇਵੈਂਟ ਸੀ। ਇਵੈਂਟ ਹੈਗੀ ਸੀ, ਮੈਂ ਜਿਵੇਂ ਜ਼ਿਕਰ ਕੀਤਾ ਇਵੈਂਟ ਤਾਂ ਬਹੁਤ ਤਗੜੀ ਸੀ, ਉਸ ਨੂੰ ਬਣਾਇਆ ਵੀ ਇੰਨਾ ਤਗੜਾ ਗਿਆ ਥਰੂ देयर ਮੀਡੀਆ ਜਾਂ ਜਿੰਨੇ ਵੀ ਉਹਨਾਂ ਦੇ ਅਲਾਈ ਸੀਗੇ ਕੱਲੇ ਦੇਸ਼ ਦੇ ਵਿੱਚ ਜੀ। ਇੰਡੀਆ ਦੇ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਪਰ ਦਿਨ ਰਾਤ ਉਹੀ ਕੁਝ ਦਿਖਾਇਆ ਜਾ ਰਿਹਾ ਸੀ ਵੀ ਕਿਵੇਂ ਜਹਾਜ਼ ਵੱਜਿਆ, ਕਿਵੇਂ ਉੱਥੇ ਜਿਹੜੇ ਟਵਿਨ ਟਾਵਰ ਢਹਿ ਹੁੰਦੇ ਨੇ ਔਰ ਉਸ ਨੂੰ ਅਮਰੀਕਾ ਦੀ ਨਹੀਂ ਇੰਟਰਨੈਸ਼ਨਲ ਲੈਵਲ ਤੇ ਹਰੇਕ ਦੇਸ਼ ਦੀ ਡੈਮੋਕ੍ਰੇਸੀ ਤੇ ਹਮਲਾ ਦੱਸਿਆ ਗਿਆ। ਤੁਸੀਂ ਕਾਫੀ ਵਧੀਆ ਇਹਨੂੰ ਸਮਰਾਈਜ਼ ਕੀਤਾ ਮਨਜੀਤ ਜੀ। ਗੱਲ ਤੁਹਾਡੀ ਠੀਕ ਹੈ, ਕਿਉਂਕਿ ਅਮਰੀਕਾ 2001 ਦੇ ਅਟੈਕ ਤੋਂ ਪਹਿਲਾਂ ਅਮਰੀਕਾ ਆਪਣੀ ਕਿਸੇ ਹੱਦ ਤੱਕ ਜਿਹੜੀ ਉਹਨੂੰ ਸੁਪਰ ਪਾਵਰ ਦੀ ਜਿਹੜੀ ਉਹਦੇ ਕੋਲ ਉਪਾਧੀ ਸੀ ਜਾਂ ਟਾਈਟਲ ਸੀ ਉਹ ਖੁੱਸਦਾ ਜਾ ਰਿਹਾ ਸੀ। ਕਈਆਂ ਦਾ ਮੰਨਣਾ ਕਿ ਅਮਰੀਕਾ ਨੇ ਜਿਹੜਾ ਅਟੈਕ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਆਪ ਕਰਵਾਇਆ, ਕਿਉਂਕਿ ਉਹਦੇ ਪਿੱਛੇ ਕਈ ਥਿਊਰੀਜ਼ ਹੈਗੀਆਂ, ਪਰ ਆਪਾਂ ਉਹਦੇ ਵਿੱਚ ਨਹੀਂ ਜਾਂਦੇ। ਪਰ ਅਮਰੀਕਾ ਨੇ ਇਸ ਇਵੈਂਟ ਨੂੰ ਕਿਸ ਤਰੀਕੇ ਦੇ ਨਾਲ ਬਾਕੀ ਕੰਟਰੀਜ਼ ਨੂੰ ਲੌਬੀ ਕੀਤਾ, ਮੈਨੂਪੂਲੇਟ ਕੀਤਾ ਮੈਂ ਕਹੂੰਗਾ, ਕਹਿ ਸਕਦੇ ਹਾਂ ਜੀ। ਪਰ ਉਹਨਾਂ ਸਾਰਿਆਂ ਨੂੰ ਲੌਬੀ ਕਰਕੇ ਇਹ ਜ਼ਰੂਰ ਪ੍ਰੂਵ ਕਰਤਾ ਕਿ ਹੁਣ ਐਕਸ਼ਨ ਲੈਣ ਦਾ ਟਾਈਮ ਹੈ ਸਾਨੂੰ। ਜੇ ਆਪਾਂ ਹੁਣ ਐਕਸ਼ਨ ਨਹੀਂ ਲੈਂਦੇ ਤੇ ਇਹ ਹਿਊਮਨ ਰਾਈਟਸ ਤੇ ਇਹ ਜਿਹੜੀ ਡੈਮੋਕ੍ਰੇਸੀ ਤੇ ਹਮਲਾ ਹੈ ਜਿਵੇਂ ਤੁਸੀਂ ਕਿਹਾ ਜੀ। ਪਰ ਅਮਰੀਕਾ ਇੱਕ ਇੱਕੋ ਕੰਟਰੀ ਸੀ ਜੀ ਮਨਜੀਤ, ਜਿਹੜੀ ਅਫਗਾਨਿਸਤਾਨ ਦੇ ਵਿੱਚ ਉਹਨਾਂ ਰੀਜ਼ਨਸ ਕਰਕੇ ਨਹੀਂ ਸੀ ਗਈ ਜਿਨ੍ਹਾਂ ਰੀਜ਼ਨਸ ਕਰਕੇ ਇਸ ਤੋਂ ਪਹਿਲਾਂ ਜਿੰਨੇ ਵੀ ਇਨਵੇਡਰਸ ਗਏ ਸੀ ਜੀ। ਅਮਰੀਕਾ ਦਾ ਪਰਪਸ ਟ੍ਰੇਡ ਨਹੀਂ ਸੀ, ਅਮਰੀਕਾ ਦਾ ਪਰਪਸ ਰਿਸੋਰਸਿਸ ਨਹੀਂ ਸੀ, ਪਰ ਅਮਰੀਕਾ ਨੇ ਕਿਉਂਕਿ ਉਹਨਾਂ ਨੂੰ ਲੱਗਾ ਕਿ ਸਾਡੇ ਘਰ ਤੇ ਹਮਲਾ ਹੋਇਆ, ਹਮਲੇ ਦਾ ਮਾਸਟਰਮਾਈਂਡ ਉਸਾਮਾ ਬਿਨ ਲਾਦਨ ਜੀ। 9/11 ਹਮਲੇ ਤੋਂ ਪਹਿਲਾਂ ਜੋ ਉਸਾਮਾ ਬਿਨ ਲਾਦਨ ਦੀ ਜਿਹੜੀ ਅਲ ਕਾਇਦਾ ਏਜੰਸੀ ਸੀ ਉਹਦੇ ਕੁਝ ਕੁ 100 ਬੰਦੇ ਸੀ, ਪਰ 9/11 ਤੋਂ ਬਾਅਦ ਉਸਾਮਾ ਬਿਨ ਲਾਦਨ ਨੂੰ ਆਪਣੀ ਹੋਮ ਕੰਟਰੀ ਵੱਲੋਂ ਸਪੋਰਟ ਨਾ ਮਿਲਣ ਕਰਕੇ ਉਹਨੂੰ ਅਫਗਾਨਿਸਤਾਨ 'ਚ ਜਾ ਕੇ ਸ਼ਰਨ ਲੈਣੀ ਪਈ ਜੀ। ਅਮਰੀਕਾ ਦਾ ਅਫਗਾਨਿਸਤਾਨ ਨੂੰ ਇਨਵੇਡ ਕਰਨ ਦਾ ਇੱਕੋ ਕਾਰਨ ਇਹ ਸੀ ਕਿ ਉਹ ਉਸਾਮਾ ਬਿਨ ਲਾਦਨ ਨੂੰ ਹੰਟ ਕਰਨਾ ਚਾਹੁੰਦੇ ਸੀ ਤੇ ਉਹਨਾਂ ਕੋਲ ਬਦਲਾ ਲੈਣਾ ਚਾਹੁੰਦੇ ਸੀ। ਹੁਣ ਜਦੋਂ ਕੋਈ ਇੰਨੀ ਵੱਡੀ ਕੰਟਰੀ ਜਿਹੜੀ ਸੁਪਰ ਪਾਵਰ ਅੱਜ ਦੇ ਟਾਈਮ 'ਚ ਇੱਕੋ ਸੁਪਰ ਪਾਵਰ ਹੈ ਦੁਨੀਆ 'ਚ ਅਮਰੀਕਾ, ਜਦੋਂ ਕੋਈ ਇੰਨੀ ਵੱਡੀ ਕੰਟਰੀ ਜਦੋਂ ਕੋਈ ਨੀਤੀ ਘੜਦੇ ਹੈ ਉਹ ਇੱਕ ਸ਼ਾਰਟ ਟਰਮ ਉਹਦੇ ਵਿੱਚ ਆਬਜੈਕਟਿਵ ਤੇ ਇੱਕ ਲੌਂਗ ਟਰਮ ਆਬਜੈਕਟਿਵ। ਸ਼ਾਰਟ ਟਰਮ ਆਬਜੈਕਟਿਵ ਸੀ ਉਸਾਮਾ ਬਿਨ ਲਾਦਨ ਨੂੰ ਹੰਟ ਕਰਕੇ ਉਹਨੂੰ ਖਤਮ ਕਰਨਾ ਤੇ ਆਪਣਾ ਬਦਲਾ ਪੂਰਾ ਕਰਨਾ, ਆਪਣੇ ਲੋਕਾਂ ਨੂੰ ਜਵਾਬ ਦੇਣਾ, ਕਿਉਂਕਿ 9/11 ਹਮਲੇ 'ਚ ਕਈ ਹਜ਼ਾਰਾਂ ਲੋਕ ਆਪਣੀ ਜਾਨ ਗਵਾ ਗਏ ਸੀ। ਲੌਂਗ ਟਰਮ ਆਬਜੈਕਟਿਵ ਸੀ ਕਿ ਅਸੀਂ ਜਦੋਂ ਅਫਗਾਨਿਸਤਾਨ 'ਚ ਜਾਵਾਂਗੇ ਅਸੀਂ ਉਸ ਖਿੱਤੇ ਦੇ ਵਿੱਚ, ਕਿਉਂਕਿ ਬੜੀ ਦੇਰ ਤੋਂ ਤਾਲਿਬਾਨਸ ਕਰਕੇ ਉੱਥੇ ਜਿਹੜੇ ਹਿਊਮਨ ਰਾਈਟਸ ਕੁਚਲੇ ਜਾ ਰਹੇ ਸੀ, ਵਿਮਨ ਨੂੰ ਉਹਨਾਂ ਦੇ ਹੱਕ ਨਹੀਂ ਸੀ ਮਿਲ ਰਹੇ, ਐਜੂਕੇਸ਼ਨ ਦਾ ਬੁਰਾ ਹਾਲ ਸੀ, ਇਨਫਰਾਸਟ੍ਰਕਚਰ ਦਾ ਬੁਰਾ ਹਾਲ ਸੀ, ਪਬਲਿਕ ਹੈਲਥ ਖਰਾਬ ਸੀ, ਪਲੱਸ ਓਵਰਆਲ ਜਿਹੜਾ ਰੀਜਨ ਸੀ ਉਹ ਬਹੁਤ ਜ਼ਿਆਦਾ ਅਨਸਟੇਬਲ ਸੀ ਉਸ ਸਮੇਂ। ਸੋ ਅਮਰੀਕਾ ਦਾ ਲੌਂਗ ਟਰਮ ਆਬਜੈਕਟਿਵ ਉੱਥੇ ਜਾਣ ਤੋਂ ਬਾਅਦ ਇਹ ਸੀ ਕਿ ਅਸੀਂ ਇਸ ਖਿੱਤੇ ਦੇ ਵਿੱਚ ਡੈਮੋਕ੍ਰੇਸੀ ਸਟੈਬਲਿਸ਼ ਕਰਾਂਗੇ, ਕਿਉਂਕਿ ਅਮਰੀਕਾ ਆਪਣੇ ਆਪ 'ਚ ਕਹਿੰਦੀ ਕਹਾਉਂਦੀ ਪਾਵਰ, ਹਰ ਤਰ੍ਹਾਂ ਦੇ ਰਿਸੋਰਸਿਸ, ਹਰ ਤਰ੍ਹਾਂ ਦਾ ਇਨਫਰਾਸਟ੍ਰਕਚਰ, ਹਰ ਤਰ੍ਹਾਂ ਦੇ ਉਹਨਾਂ ਕੋਲ ਇੰਜੀਨੀਅਰ, ਸਾਇੰਟਿਸਟ, ਹਰ ਤਰ੍ਹਾਂ ਦਾ ਉਹਨਾਂ ਕੋਲ ਅਮਲਾ ਸੀ ਜਿਸ ਕਰਕੇ ਜਿਹਦੇ ਨਾਲ ਉਹ ਇਸਟੈਬਲਿਸ਼ ਕਰ ਸਕਦੇ ਸੀ ਜਿਹੜੀ ਉਹਨਾਂ ਨੂੰ ਉਮੀਦ ਸੀ। ਸੋ 2001 ਤੋਂ ਲੈ ਕੇ ਉਹਨਾਂ ਨੇ ਆਲਮੋਸਟ ਸੇਮ ਈਅਰ ਦੇ ਵਿੱਚ ਉਹਨਾਂ ਕਾਫੀ ਹੱਦ ਤੱਕ ਅਫਗਾਨਿਸਤਾਨ ਦੇ ਜਿੰਨੇ ਕੁ ਜਿਹੜੇ ਟੈਰਰਿਸਟ ਜਿਹੜੇ ਸੀਗੇ ਸਪੌਟ ਉਹਨਾਂ 'ਤੇ ਅਟੈਕ ਕਰਕੇ ਉਹਨਾਂ ਨੇ ਉੱਥੇ ਕਬਜ਼ਾ ਕਰ ਲਿਆ ਸੀ, ਆਲਮੋਸਟ ਨਵੰਬਰ ਦਸੰਬਰ ਤੱਕ ਹੀ ਸੇਮ ਈਅਰ ਜੀ। ਸਾਰੀ ਦੁਨੀਆ ਉਹਦੇ ਨਾਲ ਸੀ। ਪਰ ਉਸ ਸਮੇਂ 'ਚ ਜਦੋਂ ਉਸਾਮਾ ਬਿਨ ਲਾਦਨ ਨੂੰ ਫੜਨ ਦੀ ਵਾਰੀ ਆਈ ਉਦੋਂ ਅਮਰੀਕਨ ਆਪ ਅੱਗੇ ਨਹੀਂ ਹੋਏ, ਉਹਨਾਂ ਨੇ ਜਿਹੜੇ ਲੋਕਲ ਜਿਹੜੇ ਉਹਨਾਂ ਦੇ ਅਲਾਈ ਸੀਗੇ, ਜਿਹੜੇ ਉੱਥੋਂ ਦੀ ਫੌਜ ਸੀ, ਉਹਨਾਂ ਨੂੰ ਅੱਗੇ ਕਰਤਾ ਜੀ। ਉਸਾਮਾ ਬਿਨ ਲਾਦਨ ਉੱਥੋਂ ਨਿਕਲ ਕੇ ਅਫਗਾਨਿਸਤਾਨ ਚਲਾ ਗਿਆ, ਜਿਹੜਾ ਬਾਅਦ 'ਚ ਐਬਟਾਬਾਦ ਦੇ ਵਿੱਚ
ਬਿਲਕੁਲ ਉਹਨੂੰ ਮਾਰਿਆ, ਲੱਭਿਆ ਤੇ ਮਾਰਿਆ। ਅਸਾਮਾ ਦੇ ਉੱਥੋਂ ਨਿਕਲਣ ਤੋਂ ਬਾਅਦ ਹੁਣ ਉਹਨਾਂ ਕੋਲ ਦੋ ਸੀਗੀਆਂ ਆਪਸ਼ਨਸ। ਇੱਕ ਆਪਸ਼ਨ ਸੀ ਕਿ ਉੱਥੋਂ ਰੈਪ ਅਪ ਕਰ ਦਿੰਦੇ ਤੇ ਆਪਣਾ ਫੋਕਸ ਪਾਕਿਸਤਾਨ ਤੇ ਕਰ ਦਿੰਦੇ, ਪਰ ਪਾਕਿਸਤਾਨ ਤੇ ਫੋਕਸ ਨਾ ਕਰਨਾ ਉਹ 'ਚ ਉਹਨਾਂ ਨੂੰ ਪੋਲੀਟੀਕਲ ਐਡਵਾਂਟੇਜ ਨਹੀਂ ਸੀ, ਡਿਸਐਡਵਾਂਟੇਜ ਸੀ, ਕਿਉਂਕਿ ਉਹ ਇੰਡੀਆ ਦੇ ਅਗੇਂਸਟ ਪਾਕਿਸਤਾਨ ਨੂੰ ਕਿਸੇ ਹੱਦ ਤੱਕ ਯੂਜ਼ ਕਰਨਾ ਚਾਹੁੰਦੇ ਸੀ। ਸੋ ਉਹਨਾਂ ਆਪਣਾ ਫੋਕਸ ਫਿਰ ਉੱਥੇ ਕਰਨਾ ਸ਼ੁਰੂ ਕਰਤਾ ਕਿ ਅਸੀਂ ਅਫਗਾਨਿਸਤਾਨ ਦੇ ਵਿੱਚ ਰਹਿ ਕੇ ਇੱਥੇ ਹੁਣ ਡੈਮੋਕ੍ਰੇਸੀ ਸਟੈਬਲਿਸ਼ ਕਰਾਂਗੇ, ਨਾਲ ਦੇ ਨਾਲ ਅਸੀਂ ਆਪਣਾ ਜਿਹੜਾ ਉਹਦੀ ਸਰਚ ਆ ਜਾਰੀ ਰੱਖਾਂਗੇ ਉਸਾਮਾ ਬਿਨ ਲਾਦਨ ਦੀ। ਜੀ। ਸੋ ਅਮਰੀਕਾ ਨੇ ਲਗਭਗ 20 ਸਾਲ, ਹੁਣ ਆਪਾਂ 2021 ਦੇ ਵਿੱਚ ਆ, ਲਗਭਗ 20 ਸਾਲ ਵਿੱਚ ਉਹਨਾਂ ਗਵਰਨਮੈਂਟ ਉੱਥੇ ਸਟੈਬਲਿਸ਼ ਕੀਤੀ। ਜਿਵੇਂ USSR ਜਦੋਂ ਉੱਥੋਂ ਨਿਕਲਿਆ ਸੀ, ਉਹ ਵੀ ਇੱਕ ਆਪਣੀ ਗਵਰਨਮੈਂਟ ਸਟੈਬਲਿਸ਼ ਕਰਕੇ ਨਿਕਲੇ ਸੀ, ਜਿਹੜੀ ਬਹੁਤ ਦੇਰ ਚੱਲੀ ਨਹੀਂ। ਪਰ ਅਫਗਾਨਿਸਤਾਨ ਦੇ ਵਿੱਚ US ਦੀ ਹੈਲਪ ਨਾਲ ਕਾਫੀ ਦੇਰ ਤੱਕ ਜਿਹੜਾ ਅਸ਼ਰਫ ਗਨੀ ਉਹਦੀ ਸਰਕਾਰ ਬਣੀ, ਕਰਜ਼ਈ ਦੀ ਸਰਕਾਰ ਬਣੀ। ਸੋ ਇੱਕ ਵਾਰੀ ਲੱਗਦਾ ਸੀ ਕਿ ਹਾਂ ਇੱਥੇ ਹੁਣ ਇਸ ਰੀਜਨ ਦੇ ਵਿੱਚ, ਇਸ ਖਿੱਤੇ ਦੇ ਵਿੱਚ ਸ਼ਾਂਤੀ ਬਣ ਜਾਏਗੀ। ਬਿਲਕੁਲ। ਹੋਰ ਫੋਰਨ ਡਾਇਰੈਕਟ ਇਨਵੈਸਟਮੈਂਟਸ ਹੋਣ ਲੱਗ ਪਈਆਂ। ਉਹ ਭਾਵੇਂ ਉਹਨਾਂ ਦਾ ਜ਼ਿਆਦਾ ਜਿਹੜਾ ਉਹਦਾ ਰੀਜ਼ਨ ਸੀ ਜਾਂ ਇੰਟੈਂਸ਼ਨ ਸੀ, ਜਿਵੇਂ ਇੰਡੀਆ ਵੱਲੋਂ ਕਾਫੀ ਜ਼ਿਆਦਾ ਇਨਫਰਾਸਟਰਕਚਰ ਡਿਵੈਲਪ ਕੀਤਾ ਗਿਆ ਅਫਗਾਨਿਸਤਾਨ 'ਚ, ਪਰ ਉਹਦਾ ਰੀਜ਼ਨ ਸਿਰਫ ਇਹ ਨਹੀਂ ਸੀ ਕਿ ਉਹ ਹੈਲਪ ਕਰਨਾ ਚਾਹੁੰਦੇ ਸੀ। ਇੰਡੀਆ ਜਾਂ ਕੋਈ ਵੀ ਕੰਟਰੀ ਆਪਣਾ ਉੱਥੇ ਸਟਰੋਂਗ ਹੋਲਡ ਵਧਾਉਣਾ ਚਾਹੁੰਦੀ, ਕਿਉਂਕਿ ਉਹਦੇ ਨਾਲ ਜਿਹੜੀ ਰੀਜਨ ਦੀ ਜਿਹੜੀ ਸਟੇਬਿਲਿਟੀ ਹੈ ਜਾਂ ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਇੰਟਰਸਟ ਉਹਨੂੰ ਸਿਕਿਉਰ ਕਰਨਾ, ਤਾਂ ਕਿ ਕੋਈ ਹੋਰ ਕੰਟਰੀ, ਚਾਈਨਾ, ਪਾਕਿਸਤਾਨ ਜਾਂ ਲਾਗੇ ਜਾਗੇ ਜਿਹੜੀ ਹੋਰ ਕੋਈ ਕੰਟਰੀ, ਉਹ ਇੰਡੀਆ 'ਤੇ ਅਟੈਕ ਨਾ ਕਰ ਸਕੇ। ਇੱਦਾਂ ਦੇ ਸੇਮ ਇੰਟਰਸਟ ਪਾਕਿਸਤਾਨ ਦੇ ਵੀ ਉੱਥੇ ਹੈ ਜੀ, ਚਾਈਨਾ ਦੇ ਵੀ ਉੱਥੇ ਹੈ, ਕਿਉਂਕਿ ਚਾਈਨਾ ਜੋ ਚੰਗੇਜ਼ ਖਾਨ ਦੇ ਟਾਈਮ ਤੋਂ, ਮੰਗੋਲ ਦਾ ਚੰਗੇਜ਼ ਖਾਨ ਸੀ, ਮੰਗੋਲ ਤੋਂ ਉਹ ਅਫਗਾਨਿਸਤਾਨ ਦੇ ਥਰੂ ਨੇ ਇੰਡੀਆ 'ਤੇ ਅਟੈਕ ਕਰਨਾ ਚਾਹੁੰਦਾ ਸੀ, ਕਿਉਂਕਿ ਇੰਡੀਆ ਦੇ ਜਿਹੜੇ ਈਸਟ ਵਾਲੇ ਪਾਸੇ ਦੀਆਂ ਕੰਟਰੀ ਸੀ ਕਾਫੀ ਉਹ ਵੈਲ ਐਸਟੈਬਲਿਸ਼ ਸੀਗੀਆਂ, ਉਹ ਕਾਫੀ ਸਟੇਬਲ ਸੀ, ਤੇ ਉੱਥੋਂ ਨੂੰ ਪਤਾ ਸੀ ਰਾਹ ਨਹੀਂ ਮਿਲਣਾ। ਬਿਲਕੁਲ ਸੇਮ ਚੀਜ਼ ਹੁਣ ਵੀ ਹੈ। ਜਿਹੜਾ ਚਾਈਨਾ, ਪਾਕਿਸਤਾਨ, ਉਹਨਾਂ ਨੂੰ ਪਤਾ ਕਿ ਜੇ ਅਸੀਂ ਜਿਹੜਾ ਵੀਕ ਪੁਆਇੰਟ ਜੇ ਕਿਤੋਂ ਅਸੀਂ ਕਰ ਸਕਦੇ ਹਾਂ, ਤੇ ਉਹ ਅਸੀਂ ਜੇ ਅਫਗਾਨਿਸਤਾਨ ਦੇ ਵਿੱਚ ਆਪਣਾ ਸਟਰੋਂਗ ਹੋਲਡ ਵਧਾ ਲਾਂਗੇ, ਤੇ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਇੰਡੀਆ ਨੂੰ ਕਿਸੇ ਨਾ ਕਿਸੇ ਟਾਈਮ 'ਤੇ ਜੇ ਸਾਨੂੰ ਅਟੈਕ ਕਰਨਾ ਪੈਂਦਾ ਹੈ, ਤੇ ਅਸੀਂ ਕਰ ਸਕਦੇ ਹਾਂ ਜੀ। ਸੋ ਇਸ ਸਮੇਂ ਦੇ ਵਿੱਚ ਹੋਰ ਕੰਟਰੀਜ਼ ਨੇ ਵੀ ਉੱਥੇ ਇਨਫਰਾਸਟਰਕਚਰ ਜਿਹੜਾ ਆਪਣਾ ਉੱਥੇ ਹੈਲਪ ਕੀਤੀ ਡਿਵੈਲਪ ਕਰਨ ਦੇ ਵਿੱਚ। ਥੋੜ੍ਹੀ ਬਹੁਤੀ ਜਿਹੜੀ ਕਹਿ ਦਿਓ ਸਟੇਬਿਲਿਟੀ ਆਈ ਵੀ। ਵੂਮਨ ਸੀ ਉਹ ਸਕੂਲ ਜਾਣ ਲੱਗ ਪਏ, ਉਹਨਾਂ ਨੂੰ ਥੋੜ੍ਹੇ ਬਹੁਤੇ ਰਾਈਟਸ ਸੀ ਜਿਹੜੇ ਉਹ ਵਾਪਸ ਮਿਲਣ ਲੱਗ ਪਏ। ਸੋ ਲੱਗਦਾ ਸੀ ਕਿਸੇ ਟਾਈਮ 'ਤੇ ਕਿ ਹਾਂ ਹੁਣ ਸਭ ਕੁਝ ਆਸ਼ਾ ਦੀ ਕਿਰਨ ਹੋ ਜਾਏਗੀ। ਉਸ ਤੋਂ ਬਾਅਦ ਜਿਹੜੀ ਉੱਥੇ ਮਿਨੋਰਿਟੀ ਸੀ ਉਹਨਾਂ ਦੀ ਹਾਲਤ ਮਾੜੀ ਸੀ। ਉਹ ਮਿਨੋਰਿਟੀਜ਼ ਲਈ ਲੱਗਣ ਲੱਗ ਗਿਆ ਕਿ ਹਾਂ ਇਹਨਾਂ ਨੂੰ ਥੋੜ੍ਹਾ ਜਿਹਾ ਕੁਝ ਹੁਣ ਸੁੱਖ ਦਾ ਸਾਹ ਆਊਗਾ, ਕਿਉਂਕਿ ਆਪਣੇ ਪੰਜਾਬੀ, ਸਿੱਖ ਤੇ ਹਿੰਦੂ, ਪੰਜਾਬੀ ਨਹੀਂ ਕਰ, ਸਿੱਖ ਜਾਂ ਹਿੰਦੂ ਕਾਫੀ ਉੱਤੇ ਨੇ, ਹਾਂਜੀ, ਕਾਫੀ ਦੇਰ ਤੋਂ। ਪਰ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਸੀ। ਉਹਨਾਂ ਨੂੰ ਯੈਲੋ ਜਿਹੜਾ ਸੀਗਾ ਪਾਉਣਾ ਪੈਂਦਾ ਸੀ ਕਲਰ ਇਹ ਸ਼ੋਅ ਕਰਨ ਲਈ ਕਿ ਅਸੀਂ ਮਿਨੋਰਿਟੀ ਹਾਂ। ਅਤੇ ਉਹ ਹਾਲਾਂਕਿ ਗੌਰਮੈਂਟ ਚੇਂਜ ਹੋਈ USA ਉੱਤੇ ਹੋਣ ਦੇ ਬਾਵਜੂਦ ਉਹਨਾਂ ਦੀ ਹਾਲਾਤ ਬਹੁਤੇ ਜ਼ਿਆਦਾ ਬਦਲੇ, ਉਹਨਾਂ ਨੂੰ ਫਿਰ ਵੀ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਪੈਂਦਾ ਸੀ ਮਿਨੋਰਿਟੀ ਹੈ। ਪਰ ਉਮੀਦ ਸੀ, ਅਤੇ ਇਸੇ ਉਮੀਦ ਦੇ ਵਿੱਚ ਇਹ ਸਾਰੇ 20 ਸਾਲ ਦਾ ਸਮਾਂ ਗੁਜ਼ਰਿਆ ਜੀ ਉੱਥੇ ਕਿ ਹਾਂ ਹੁਣ ਅਫਗਾਨਿਸਤਾਨ ਸਟੇਬਲ ਹੋ ਜਾਏਗਾ, ਅਤੇ ਇੱਥੇ ਆਪਣੀ ਕੰਟਰੀ 'ਚ ਲੋਕ ਆਪਣੇ ਤਰੀਕੇ ਨਾਲ ਰਹਿ ਸਕਣਗੇ, ਆਪਣੀ ਗੌਰਮੈਂਟ ਨੂੰ ਚੁਣ ਸਕਣਗੇ, ਅਤੇ ਆਪਣੇ ਹੱਕਾਂ ਲਈ ਆਪਣੇ ਖੜ ਸਕਣਗੇ ਜਾਂ ਉਹਨੂੰ ਲੈ ਸਕਣਗੇ। ਹੁੰਦਲ ਸਾਹਿਬ, ਤੁਸੀਂ ਜ਼ਿਕਰ ਕੀਤਾ ਸੀਗਾ ਪਹਿਲਾਂ 10 ਸਾਲ USSR ਰਿਹਾ ਉੱਥੇ, ਸੋਵੀਅਤ ਯੂਨੀਅਨ ਜਿਹਨੂੰ ਅੱਜ ਕੱਲ੍ਹ ਆਪਾਂ ਰਸ਼ੀਆ ਕਹਿੰਦੇ ਹਾਂ। ਇਸ ਤੋਂ ਬਾਅਦ ਅਮਰੀਕਾ 2001 ਤੋਂ ਲੈ ਕੇ ਹੁਣ ਤੱਕ ਲਗਭਗ 20 ਸਾਲ। ਜੀ। ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਉਸਾਮਾ ਬਿਨ ਲਾਦਨ ਨੂੰ ਖਤਮ ਕਰਨਾ ਜਾਂ ਉਸ ਨੂੰ ਹੰਟ ਕਰਨਾ ਇਹ ਪਰਪਸ ਸੀਗਾ ਅਮਰੀਕਾ ਦਾ। ਜੀ। ਜਿਹੜਾ ਕਿ 2000 ਲਗਭਗ 10-11 ਦੇ ਵਿੱਚ ਕੰਪਲੀਟ ਹੋ ਜਾਂਦਾ। ਜੀ। ਸੋ ਮੇਰਾ ਸਵਾਲ ਇਹ ਹੈ ਵੀ ਟਾਰਗੇਟ ਤਾਂ ਪੂਰਾ ਹੋ ਗਿਆ ਸੀਗਾ ਜੀ, ਉਸ ਤੋਂ ਬਾਅਦ 10 ਸਾਲ ਹੋਰ ਕਿਉਂ ਲੱਗੇ, ਔਰ ਇਸ ਵੇਲੇ ਕੀ ਹਾਲਾਤ ਬਣੇ ਵੀ ਅਮਰੀਕਾ ਜਿਹੜਾ ਵਾ ਆਪਣਾ ਸਾਰਾ ਉੱਥੋਂ ਜੋ ਵੀ ਉਹਦਾ ਲਾਮੋ ਲਸ਼ਕਰ ਆ, ਫੌਜਾਂ ਨੇ ਉੱਥੇ ਉਹਨਾਂ ਦੇ ਜੋ ਇਕਵਿਪਮੈਂਟ ਆ ਸਾਰਾ ਇਕੱਠਾ ਕਰਕੇ ਤੇ ਹੁਣ ਵਾਪਸ ਫੇਰੀ ਪਾਲੀ ਸੀ ਉਹਨਾਂ ਨੇ। ਜੀ ਹਾਂਜੀ, ਤੁਸੀਂ ਗੱਲ ਠੀਕ ਕੀਤੀ ਹੈ ਜੀ। ਉਦੋਂ ਉਹਦਾ ਮਕਸਦ ਇੱਕ ਪੂਰਾ ਹੋ ਗਿਆ ਸੀ। ਦੂਜਾ ਉਹਦਾ ਮਕਸਦ ਜਿਹੜਾ ਸੁਪਰ ਪਾਵਰ ਬਣਦਾ ਸੀ। ਜੋ ਤੁਸੀਂ ਸੁਪਰ ਪਾਵਰ ਜਾਂ ਪਿੰਡ ਦੇ ਚੌਧਰੀ ਬਣਨਾ ਹੁੰਦਾ ਨਾ, ਤੁਹਾਨੂੰ ਉਹ ਪੱਗ ਜਦੋਂ ਤੁਹਾਡੇ ਸਿਰ ਤੇ ਰੱਖੀ ਜਾਂਦੀ ਹੈ, ਤੁਹਾਨੂੰ ਉਹ ਪੱਗ ਦੇ ਹਿਸਾਬ ਨਾਲ ਚੱਲਣਾ ਵੀ ਪੈਂਦਾ ਹੈ, ਉਹਨੂੰ ਨਿਭਾਉਣਾ ਵੀ ਪੈਂਦਾ ਹੈ। ਬਿਲਕੁਲ। ਜਦੋਂ ਆਪਾਂ ਇੰਨੀ ਜ਼ਿੰਮੇਵਾਰੀ ਜੁੜ ਜਾਂਦੀ, G7 G20 ਕੰਟਰੀਜ਼ ਸਾਰਿਆਂ ਨੂੰ ਆਪਾਂ ਲੌਬੀ ਕੀਤਾ, ਅਮਰੀਕਾ ਨੇ ਨੈਟੋ ਨੂੰ ਵਿੱਚ ਨਾਲ ਮਿਲਾਇਆ, UN ਨਾਲ ਸੀ ਕਿ ਆਪਾਂ ਇੱਕ ਤੇ ਆਪਾਂ ਟੈਰਰਿਜ਼ਮ ਨੂੰ ਖਤਮ ਕਰਨਾ ਹੈ, ਦੂਜਾ ਆਪਾਂ ਇੱਥੇ ਸਟੇਬਿਲਿਟੀ ਲਿਆਉਣੀ ਹੈ। ਜਦੋਂ ਲੌਂਗ ਟਰਮ ਆਬਜੈਕਟਿਵ ਸੈੱਟ ਹੋਇਆ, ਜਦੋਂ UN ਵਿੱਚ ਇੰਟਰਵੀਨ ਕਰਦਾ ਹੈ, ਜਦੋਂ ਸਾਰੀਆਂ ਕੰਟਰੀਜ਼ ਟੇਬਲ 'ਤੇ ਹੁੰਦੀਆਂ ਹੈ, ਜਦੋਂ ਇੰਨਾ ਸਾਰੀਆਂ ਜਿਹੜੀਆਂ ਕੰਟਰੀਜ਼ ਦੀ ਇਨਵੋਲਵਮੈਂਟ ਜਾਂ ਇੰਨੀਆਂ ਸਾਰੀਆਂ ਪਾਰਟੀਜ਼ ਦੀ ਇਨਵੋਲਵਮੈਂਟ ਹੈ, ਤੁਸੀਂ ਇੱਕੋ ਦਮ ਉਹ 'ਚੋਂ ਬੈਕ ਆਫ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਜਵਾਬਦੇਹ ਹੈ,
ਤੁਸੀਂ ਜਵਾਬ ਦੇ ਉਹਨਾਂ ਕੰਟਰੀਜ਼ ਨੂੰ, ਆਪਣੇ ਐਲਾਈਜ਼ ਨੂੰ ਹੈ, ਤੁਸੀਂ ਜਵਾਬ ਦੇ ਉਹਨਾਂ ਕੌਪ ਜਿਹੜੇ ਤੁਹਾਡੇ ਆਰਮੀ ਵਾਲੇ ਜਾਂ ਮਿਲਟਰੀ ਵਾਲੇ ਲੋਕ ਆ ਜਿਹੜੇ ਉੱਥੇ ਡਿਫੈਂਸ ਵਾਲੇ, ਆਰਮਡ ਫੋਰਸਿਸ ਵਾਲੇ ਆ, ਤੁਸੀਂ ਉਹਨਾਂ ਨੂੰ ਜਵਾਬ ਦੇਂ, ਕਿਉਂਕਿ ਉਸ ਸਮੇਂ ਦੇ ਵਿੱਚ ਉਹਨਾਂ ਨੇ ਬੜੀਆਂ ਉਹਨਾਂ ਦੀਆਂ ਜਾਨਾਂ ਗਈਆਂ, ਉਹਨਾਂ ਦੇ ਪਰਿਵਾਰ ਸੀ ਪਿੱਛੇ। ਤੁਹਾਨੂੰ ਜਿਹੜੀ ਆਪਣੀ ਕੰਟਰੀ ਦੇ ਲੋਕਾਂ ਨੂੰ, ਆਪਣੀ ਜਿਹੜੀ ਗਵਰਨਮੈਂਟ ਹੈ, ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹੈ ਕਿ ਅਸੀਂ ਇੰਨੇ ਪੈਸੇ ਲਾਏ ਤੇ ਅਸੀਂ ਅਚੀਵ ਕੀ ਕੀਤਾ। ਕਿਉਂਕਿ ਜਦੋਂ ਜਿਹੜਾ ਆਬਜੈਕਟਿਵ ਸੈੱਟ ਕੀਤਾ ਸੀ, ਆਬਜੈਕਟਿਵ ਉੱਥੇ ਸਟੇਬਿਲਿਟੀ ਲਿਆਉਣਾ ਵੀ ਸੀ, ਡੈਮੋਕ੍ਰੇਸੀ ਐਸਟੈਬਲਿਸ਼ ਕਰਨਾ ਵੀ ਸੀ। ਸੋ ਇੱਕ ਮਕਸਦ ਪੂਰਾ ਹੋਇਆ ਸੀ, ਦੂਜਾ ਮਕਸਦ ਪੂਰਾ ਨਹੀਂ ਹੋਇਆ ਸੀ, ਇਸ ਕਰਕੇ ਉਹਨਾਂ ਨੂੰ ਇੰਨੀ ਦੇਰ ਉੱਥੇ ਟਿਕਣਾ ਪਿਆ। ਦੂਜਾ ਸਵਾਲ, ਕਿਉਂ ਨਿਕਲਣਾ ਪਿਆ? ਜਿਹੜਾ ਨਿਕਲਣ ਦੀ ਜਿਹੜੀ ਡੇਟ ਸੀ ਜੀ, ਇਹ ਟਰੰਪ ਦੇ ਟਾਈਮ 'ਚ ਨੀਅਤ ਹੋ ਗਈ ਸੀ, ਡਿਸਾਈਡ ਸੀ ਕਿ ਮਈ ਦੇ ਵਿੱਚ ਅਮਰੀਕਨ ਫੋਰਸਿਸ ਨੇ ਉੱਥੋਂ ਵਿਦਡਰਾਅਲ ਕਰ ਲੈਣਾ, ਕਿਉਂਕਿ ਅਗੇਨ ਪ੍ਰੈਸ਼ਰ ਸੀ ਘਰੋਂ, ਅੰਦਰੋਂ। ਬਹੁਤ ਸਫ਼ਰ ਕੀਤਾ, ਜਿਹੜੀਆਂ ਫੈਮਿਲੀ, ਜਿਹੜੀਆਂ ਆਰਮਡ ਫੋਰਸਿਸ ਜਿਹੜੀਆਂ ਉੱਥੇ ਸੀ, ਉਹਨਾਂ ਦੀਆਂ ਫੈਮਿਲੀਜ਼ ਨੇ ਸਫ਼ਰ ਕੀਤਾ, ਕਈ ਲੋਕਾਂ ਦੀਆਂ ਜਾਨਾਂ ਗਈਆਂ। ਬਹੁਤ ਵੱਡਾ ਹਿੱਸਾ ਜਿਹੜਾ ਬਜਟ ਦਾ ਉਹ ਡਿਫੈਂਸ ਦੇ ਵਿੱਚ ਲੱਗ ਰਿਹਾ ਸੀ 2001 ਤੋਂ। ਸੋ ਹੁਣ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਉਹਨਾਂ ਕੋਸ਼ਿਸ਼ ਕੀਤੀ ਕਿ ਅਸੀਂ ਜੋ ਵਾਅਦਾ ਕੀਤਾ ਸੀ ਉਹ ਉਹਨਾਂ ਨੂੰ ਨਿਭਾਉਣਾ ਪੈਣਾ ਸੀ। ਜੇ ਉਹ ਆ ਕੇ ਇੱਕੋਦਮ ਚੇਂਜ ਕਰ ਦਿੰਦੇ, ਉਹ ਵੀ ਆਪਸ਼ਨ ਨਹੀਂ ਸੀ। ਸੋ ਉਹਨਾਂ ਨੂੰ ਐਕਸਟੈਂਡ ਕਰਤਾ ਅਗਸਤ ਤੱਕ ਐਕਸਟੈਂਡ ਕਰਨ ਤੋਂ ਬਾਅਦ ਹੁਣ ਉਹ ਟਾਈਮ ਆ ਗਿਆ ਕਿ ਉਹਨਾਂ ਨੂੰ ਇਸ ਮਹੀਨੇ ਦੇ ਐਂਡ 'ਚ ਆਪਣੀ ਡੈਡਲਾਈਨ ਹੈ ਕਿ ਉਹਨਾਂ ਸਾਰਾ ਉੱਥੋਂ ਵਿਦਡਰਾਅਲ ਕਰ ਲੈਣੇ ਆਪਣੇ ਫੋਰਸਿਸ। ਸੋ ਇਹ ਜਿਹੜਾ ਡਿਸੀਜਨ ਹੈ ਬਾਈਡਨ ਦਾ ਨਹੀਂ, ਪਰ ਇਹ ਡਿਸੀਜਨ ਜਿਹੜਾ ਬਾਈਡਨ ਨੂੰ ਐਗਜ਼ੀਕਿਊਟ ਕਰਨਾ ਪਿਆ, ਕਿਉਂਕਿ ਅਗੇਨ ਉਹ ਪ੍ਰੈਸ਼ਰ ਸੀ, ਸਾਰਾ ਕੁਝ ਪਹਿਲਾਂ ਤੋਂ ਜਿਹੜਾ ਹੋ ਚੁੱਕਾ ਸੀ ਕਿ ਆਪਾਂ ਇਹ ਨੀਅਤ ਸੀ ਕਿ ਆਪਾਂ ਇੱਥੋਂ ਨਿਕਲਣਾ ਹੈ ਜੀ। ਇਹਨੂੰ ਥੋੜ੍ਹਾ ਬੈਟਰ ਪਲਾਨ ਜ਼ਰੂਰ ਕੀਤਾ ਜਾ ਸਕਦਾ ਸੀ। ਮੈਨੂੰ ਲੱਗਦਾ ਜਿੱਥੇ ਆਪਾਂ ਪਲਾਨ ਕੀਤਾ ਇਹਨਾਂ ਨੇ ਕਿ ਆਪਾਂ ਵੈਕਿਊਏਟ ਕਰਨੀ ਹੈ ਆਪਣੀਆਂ ਆਰਮਡ ਫੋਰਸਿਸ, ਆਪਣੇ ਐਲਾਈਜ਼ ਦੀਆਂ ਫੋਰਸਿਸ, ਉੱਥੇ ਹੋਰ ਸਪੋਰਟ ਸਟਾਫ, ਕੈਨੇਡਾ ਦਾ ਕਾਫੀ ਵੱਡਾ ਸਟਾਫ ਹੈ ਉੱਥੇ ਜਿਹੜਾ ਮਿਲਟਰੀ ਟ੍ਰੇਨਿੰਗ ਤੇ ਉਹਦੇ ਵਿੱਚ ਹੈਲਪ ਕਰਦਾ, ਹੋਰ ਬਾਕੀ ਸਾਰੀਆਂ ਕੰਟਰੀ ਦੇ ਐਲਾਈਜ਼ ਜਿਹੜੇ ਉਹ ਸਾਰੇ ਹੈਲਪ ਕਰ ਰਹੇ ਸੀ। ਸੋ ਉੱਥੇ ਮੈਨੂੰ ਥੋੜ੍ਹੀ ਜਿਹੀ ਕਤਾਈ ਜਾਂ ਕਹਿ ਲਓ ਕਿ ਥੋੜ੍ਹੀ ਜਿਹੀ ਮਿਸਮੈਨੇਜਮੈਂਟ ਹੋਈ ਹੈ, ਐਗਜ਼ੀਕਿਊਸ਼ਨ ਪ੍ਰੋਪਰ ਨਹੀਂ ਕਰ ਪਾਏ ਜੀ। ਜੇ ਨਿਕਲਣਾ ਹੁਣ, ਜੇ ਨਾ ਨਿਕਲਦੇ ਕਦੋਂ ਨਿਕਲਦੇ? ਜੇ ਆਪਾਂ 5 ਸਾਲ ਬਾਅਦ ਜੇ ਸੋਚੀਏ ਕਿ ਅਮਰੀਕਾ 5 ਸਾਲ ਬਾਅਦ ਵਿਦਡਰਾਅਲ ਕਰਦਾ, ਹਾਲਾਤ ਡਿਫਰੈਂਟ ਹੋਣੇ ਸੀ? ਨਹੀਂ ਹੋਣੇ ਸੀ ਜੀ। 10 ਸਾਲਾਂ ਬਾਅਦ ਇਹ ਨਹੀਂ ਸੀ ਕਿ ਤਾਲਿਬਾਨ ਨੇ ਕਹਿਣਾ ਸੀ ਕਿ ਹਾਂਜੀ ਤੁਹਾਡੇ ਕਾਫਲੇ ਨੂੰ ਅਸੀਂ ਗਾਰਡ ਕਰਕੇ ਏਅਰਪੋਰਟ ਤੱਕ ਛੱਡ ਕੇ ਆਉਂਦੇ ਤਾਂ ਕਿ ਤੁਸੀਂ ਆਪਣੇ ਬੰਦੇ ਕੱਢ ਲਓ ਜੀ। ਇਹ ਜਦੋਂ ਵੀ ਹੋਣਾ ਸੀ, ਹੋਣਾ ਇੱਦਾਂ ਹੀ ਸੀ। ਬਿਲਕੁਲ। ਇਹ ਜਿਹੜੀ ਇੱਕ ਅਨਵਿਨੇਬਲ ਵਾਰ ਸੀ ਜਿਹੜੀ 2001 'ਚ ਸਟਾਰਟ ਹੋਈ, ਪਰ ਪੁਰਾਣੇ ਜਿੰਨੇ ਇਨਵੇਡਰ ਸੀ ਉਹਨਾਂ ਦੇ ਵਾਂਗੂ ਅਮਰੀਕਾ ਵੀ ਇਸੇ ਵਹਿਮ 'ਚ ਸੀ ਕਿ ਮੈਂ ਉੱਥੇ ਜਾ ਕੇ ਆਪਣੀ ਇਸਟੈਬਲਿਸ਼ ਕਰ ਦੇਣੀ ਹੈ ਡੈਮੋਕ੍ਰੇਸੀ, ਕਿਉਂਕਿ ਮੇਰੇ ਕੋਲ ਰਿਸੋਰਸਿਸ ਨੇ ਜੀ। ਪਰ ਉਹ ਹੋ ਨਹੀਂ ਸਕਿਆ। ਜਿਵੇਂ ਤੁਸੀਂ ਕਿਹਾ, ਗ੍ਰੇਵਯਾਰਡ ਆਫ ਅੰਪਾਇਰਸ, ਡਿਫਰੈਂਟ ਪਰਪਸਿਸ। ਅਮਰੀਕਾ ਵੀ ਇੱਕ ਇਤਿਹਾਸ ਬਣ ਕੇ ਰਹਿ ਗਿਆ, ਉਹਦੇ 'ਚ ਬਣ ਗਿਆ ਜੀ, ਕਿਉਂਕਿ ਡਿਫਰੈਂਟ ਪਰਪਸਿਸ ਕਰਕੇ ਗਿਆ ਸੀ ਭਾਵੇਂ ਜੀ, ਪਰ ਉਸ ਲੜੀ ਦਾ ਹਿੱਸਾ ਬਣ ਗਿਆ ਅਮਰੀਕਾ ਜੀ। ਤੁਸੀਂ ਜ਼ਿਕਰ ਕੀਤਾ ਕਿ ਅਮਰੀਕਾ ਜਿਹੜਾ ਵਾ, ਇਸ ਨੂੰ ਸ਼ੁਰੂ ਤੋਂ ਅਸੀਂ ਕਹਿੰਦੇ ਆ ਵੀ ਅੰਕਲ ਸੈਮ ਜੀ, ਜਾਂ ਕਹਿ ਲਓ ਜੀ ਪੁਲਿਸਮੈਨ ਆਫ ਦ ਵਰਲਡ। ਐਗਜ਼ੈਕਟਲੀ। ਵੀ ਜਿੱਥੇ ਵੀ ਇਹਨੂੰ ਲੱਗਦਾ ਵੀ ਭਾਈ ਇੱਥੇ ਗੜਬੜੀ ਹੋ ਰਹੀ ਹੈ, ਪਹੁੰਚ ਜਾਓ ਤੇ ਆਪਣਾ ਡੰਡਾ ਜਿਹੜਾ ਵਾ ਉਹ ਗਿਰਾ ਦਿਓ ਜੀ। ਇੱਕ ਗੱਲ ਇੱਥੇ ਹੁਣ ਰੀਸੈਂਟ ਆਪਾਂ ਜੋ ਡਿਵੈਲਪਮੈਂਟਸ ਹੋਈਆਂ ਨੇ ਅਫਗਾਨਿਸਤਾਨ ਦੀ, ਉਹਦੀ ਸੰਖੇਪ ਦੇ ਵਿੱਚ ਕਰਾਂਗੇ ਕਿਉਂਕਿ ਬ੍ਰੇਕ ਦਾ ਸਮਾਂ ਹੋ ਚੁੱਕਿਆ ਵਾ। ਜਿਹੜਾ ਹੁਣ ਰੀਸੈਂਟਲੀ ਉੱਥੇ ਅਫਗਾਨਿਸਤਾਨ ਦਾ ਜਿਹੜਾ ਕਾਬੁਲ ਇੰਟਰਨੈਸ਼ਨਲ ਏਅਰਪੋਰਟ ਆ ਜੀ, ਉੱਥੇ ਬੰਬ ਬਲਾਸਟ ਹੋਏ ਨੇ ਜੀ। ਉਹ ਜਿਹੜੇ ਬੰਬ ਬਲਾਸਟ ਹੋਏ ਨੇ, ਜਿਹੜੀ ਅਮਰੀਕਾ ਨੇ ਸਟ੍ਰੈਟਜੀ ਘੜੀ ਸੀ ਵੀ ਭਾਈ ਆਪਾਂ 31 ਅਗਸਤ ਤੱਕ ਆਪਣੀਆਂ ਫੋਰਸਿਸ ਵਿਡਰਾਅ ਕਰ ਲੈਣੀਆਂ ਵਾ, ਸਾਰਾ ਅਮਲਾ ਵਾਪਸ ਲੈ ਆਉਣਾ, ਵੈਕੂਏਸ਼ਨ ਹੋ ਜਾਣੀਆਂ ਜੀ। ਇਹਦੇ ਉੱਪਰ ਇਹਦਾ ਕੀ ਪ੍ਰਭਾਵ ਪੈ ਸਕਦਾ ਵਾ, ਇਹ ਮੈਂ ਤੁਹਾਡੇ ਕੋਲ ਬ੍ਰੇਕ ਤੋਂ ਬਾਅਦ ਜਾਣਨ ਦੀ ਕੋਸ਼ਿਸ਼ ਕਰਾਂਗਾ ਜੀ, ਕਿਉਂਕਿ ਬ੍ਰੇਕ ਦਾ ਸਮਾਂ ਹੋ ਚੁੱਕਿਆ ਵਾ। ਤੁਸੀਂ ਕਿਤੇ ਨਾ ਜਾਣਾ ਜੀ, ਦੇਖਦੇ ਰਹਿਣਾ ਪ੍ਰੋਗਰਾਮ ਐਡਮਿਟਡ ਹੈ ਜੀ। ਪ੍ਰੋਗਰਾਮ ਐਡਵੈਂਚਰ ਡਾਈ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਆ ਸਰਦਾਰ ਸੰਦੀਪ ਸਿੰਘ ਹੁੰਦਲ ਜੀ ਦੇ ਨਾਲ। ਭਾਜੀ, ਆਪਾਂ ਜਿੱਥੇ ਗੱਲ ਖਤਮ ਕੀਤੀ ਸੀ ਨਾ ਪਿਛਲੇ ਹਿੱਸੇ ਦੇ ਵਿੱਚ, ਕਿ ਹੁਣ ਅਟੈਕ ਹੋਇਆ ਉੱਥੇ ਕਾਬੁਲ ਇੰਟਰਨੈਸ਼ਨਲ ਏਅਰਪੋਰਟ ਦੇ ਉੱਪਰ ਜੀ, ਉਸ ਅਟੈਕ ਤੋਂ ਬਾਅਦ ਜੋ ਸਮੀਕਰਨ ਬਣੇ ਨੇ, ਕਿਉਂਕਿ ਹੁਣ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ, ਉਹਨਾਂ ਨੇ ਕਿਹਾ ਕਿ ਵੀ ਵਿਲ ਹੰਟ ਯੂ ਡਾਊਨ ਜੀ। ਇਹ ਕਿੰਨਾਂ ਨੂੰ ਹੰਟ ਕਰਨ ਦੀ ਗੱਲਬਾਤ ਕਰ ਰਹੇ ਨੇ, ਇਸ ਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਫਗਾਨਿਸਤਾਨ ਦੀ ਪੋਲਿਟਿਕਸ ਦੇ ਉੱਪਰ ਔਰ ਇੰਟਰਨੈਸ਼ਨਲ ਜਿਹੜੇ ਰਿਲੇਸ਼ਨ ਨੇ ਇਹਨਾਂ ਉੱਪਰ ਕੀ ਅਸਰ ਪੈ ਸਕਦਾ? ਬਹੁਤ ਵਧੀਆ ਸਵਾਲ ਹੈ ਮਨਜੀਤ ਭਾਜੀ। ਇਹ ਜਿਹੜੀ ਜਿਨ੍ਹਾਂ ਅਟੈਕ ਦੀ ਜ਼ਿੰਮੇਵਾਰੀ ਲਈ ਹੈ ਜੀ, ਉਹ ਆ ISIS-K ਜੀ, ਇੱਕ ਵੱਖਰਾ ਗਰੁੱਪ ਆ, ਉਹ ਤਾਲਿਬਾਨ ਨਹੀਂ। ISIS-K ਦੇ ਜ਼ਿੰਮੇਵਾਰੀ ਲੈਣ ਦੇ ਨਾਲ ਅਮਰੀਕਾ ਲਈ ਸਿਚੁਏਸ਼ਨ ਬਹੁਤ ਕੰਪਲਿਕੇਟਡ ਹੋ ਗਈ,
ਕਿਉਂਕਿ ਜਿਹੜਾ ਫੋਕਸ ਉਹਨਾਂ ਦਾ ਤਾਲਿਬਾਨ ਤੇ ਹੋਣਾ ਚਾਹੀਦਾ ਸੀ, ਹੁਣ ਉਹ ਫੋਕਸ ਉੱਥੋਂ ਹਟ ਕੇ ਇੱਕ ਥਰਡ ਪਾਰਟੀ ਖੜੀ ਹੋ ਗਈ, ਉੱਤੇ ਹੋ ਜਾਣਾ ਜੀ। ਜਿਹੜਾ ISIS-K ਉਹ ISIS ਦੀ ਬ੍ਰਾਂਚ ਹੈ, ਤੇ ISIS ਆਪਣੀ ਬਹੁਤ ਹੀ ਜ਼ਿਆਦਾ ਉਹਨਾਂ ਦਾ ਜਿਹੜਾ ਤਰੀਕਾ ਕੰਮ ਕਰਨ ਦਾ ਬਹੁਤ ਹੀ ਜ਼ਿਆਦਾ ਖੁੰਖਾਰ ਤੇ ਮਰਸੀਲੈਸ ਤਰੀਕੇ ਨਾਲ ਕੰਮ ਕਰਦੇ। ਉਹਨਾਂ ਪਿੱਛੇ ਇਰਾਕ ਤੇ ਸੀਰੀਆ 'ਚ ਆਪਾਂ ਦੇਖਿਆ, ਤੇ ਉਹ ਜਦੋਂ ਐਕਸਪੈਂਡ ਕਰਦੇ ਆ ਬਹੁਤ ਫਾਸਟ ਕਰਦੇ ਆ ਤੇ ਮੌਕਾ ਨਹੀਂ ਦਿੰਦੇ ਆਪਣੇ ਦੁਸ਼ਮਣ ਨੂੰ ਜੀ। ਜਿਹੜਾ ISIS-K ਹੈ ਇਹ ਐਕਚੁਅਲੀ ਤਾਲਿਬਾਨ ਦੇ ਅਗੇਂਸਟ ਇਹ ਉਹਨਾਂ ਨੂੰ ਵੀ ਉਹਨਾਂ ਦੀ ਕ੍ਰੈਡੀਬਿਲਿਟੀ ਵੀ ਖਤਮ ਕਰਨ ਦੇ ਲਈ ਕੰਮ ਕਰਦਾ ਹੈ। ਸੋ ਉਹਨਾਂ ਨੇ ਇਹ ਅਟੈਕ ਕਰਕੇ ਇੱਕ ਤਰ੍ਹਾਂ ਨਾਲ ਅਮਰੀਕਾ ਨੂੰ ਬਹੁਤ ਜ਼ਿਆਦਾ ਵੱਡੀ ਸਿਚੁਏਸ਼ਨ ਦੇ ਵਿੱਚ ਪਾਤਾ, ਜਿੱਥੇ ਹੁਣ ਅਮਰੀਕਾ ਦਾ ਫੋਕਸ ਹੈ ਉਹ ਦੋ ਥਾਂ ਤੇ ਵੰਡਿਆ ਗਿਆ। ਐਟ ਦਾ ਸੇਮ ਟਾਈਮ ਤਾਲਿਬਾਨ ਦੇ ਲਈ ਹਾਲਾਤ ਬਹੁਤ ਜ਼ਿਆਦਾ ਉਹਨਾਂ ਲਈ ਵੀ ਕੰਪਲਿਕੇਟਡ ਹੋ ਗਏ, ਕਿਉਂਕਿ ਹੁਣ ਇੱਕ ਪਾਸੇ ਉਹਨਾਂ ਦੀ ਕੋਸ਼ਿਸ਼ ਸੀ ਕਿ ਅਸੀਂ ਜਿਹੜੇ ਆਪਣੇ ਸਿਵਿਲੀਅਨਸ ਦੇ ਲਈ ਆਪਾਂ ਇੱਕ ਸਟੇਬਲ ਗਵਰਨਮੈਂਟ ਐਸਟੈਬਲਿਸ਼ ਕਰਾਂਗੇ, ਕਿਉਂਕਿ ਆਪਾਂ ਇੰਨੇ ਸਾਲਾਂ ਦੇ ਵਿੱਚ ਉਹਨਾਂ ਨੇ ਪ੍ਰੂਵ ਕਰਨਾ ਸੀ ਕਿ ਅਮਰੀਕਾ ਦਾ ਸਟੈਪ ਰੋਂਗ ਸੀ, ਉਹ ਨਹੀਂ ਕਰ ਸਕੇ। ਅਸੀਂ ਆਪਣੀ ਕੰਟਰੀ ਨੂੰ ਆਪਣੇ ਤਰੀਕੇ ਨਾਲ ਚਲਾਉਣਾ। ਇਸ ਅਟੈਕ ਦੇ ਨਾਲ ਉਹਨਾਂ ਦੇ ਲਈ ਵੀ ਜਿਹੜੇ ਹਾਲਾਤ ਆ ਉਹ ਇੰਨੇ ਵਧੀਆ ਨਹੀਂ ਰਹੇ। ਉਹਨਾਂ ਨੂੰ ਵੀ ਪ੍ਰੂਵ ਕਰਨਾ ਪੈ ਗਿਆ ਕਿ ਅਸੀਂ ਆਪਣੀ ਜਿਹੜੀ ਇੰਟਰਨਲ ਇੰਸਰਜੈਂਸੀ ਹੈ ਜਾਂ ਇੰਟਰਨਲ ਜਿਹੜੀ ਸਾਨੂੰ ਜਿਹੜੀ ਰੈਜ਼ਿਸਟੈਂਸ ਜਿਹੜੇ ਹੋਰ ਗਰੁੱਪ ਜਿਹੜੇ ਉਹਦੇ ਨਾਲ ਨਹੀਂ ਚੱਲਦੇ ਉਹ ਵੀ ਫੇਸ ਕਰਨੀ ਪੈਣੀ ਹੈ। ਅਮਰੀਕਾ ਨੇ ਹਮੇਸ਼ਾ ਤੋਂ ਇਹ ਨੀਤੀ ਅਪਣਾਈ ਹੈ, ਜਦੋਂ ਵੀ ਉਹਨਾਂ ਦੇ ਆਪਣੇ ਘਰ ਤੇ ਅਟੈਕ ਹੋਇਆ, ਜਿਹੜਾ ਕਿ ਹੁਣ ਉਹਨਾਂ ਦੇ 13 ਜਿਹੜੇ ਡਿਫੈਂਸ ਦੇ ਬੰਦੇ ਇਹਦੇ ਵਿੱਚ ਮਾਰੇ ਗਏ, ਉਹਨਾਂ ਦੇ ਲਈ ਹੁਣ ਉਹਨਾਂ ਲਈ ਅਟੈਕ ਕਰਨ ਤੋਂ ਬਿਨਾਂ ਹੋਰ ਕੋਈ ਆਪਸ਼ਨ ਨਹੀਂ। ਬਿਲਕੁਲ। ਪਰ ਇੱਕ ਤਰ੍ਹਾਂ ਨਾਲ ਹੁਣ ਉਹਨਾਂ ਦਾ ਫੋਕਸ ਦੋ ਪਾਸੇ ਵੰਡਿਆ ਜਾਣ ਕਰਕੇ ਉਹਨਾਂ ਦੇ ਲਈ ਥੋੜੀ ਜਿਹੀ ਮੁਸ਼ਕਿਲ, ਕਿਉਂਕਿ ਇਸ ਟਾਈਮ ਤੇ ਉਹਨਾਂ ਨੇ ਸਾਰੇ ਬੰਦੇ ਆਪਣੇ ਜਿਹੜੇ ਵਿਦਡਰਾਅਲ ਕਰਨੇ ਆ ਟਰੂਪਸ, ਉਹਨਾਂ ਦੀ ਸਿਕਿਉਰਿਟੀ ਇੱਕ ਬਹੁਤ ਵੱਡਾ ਮਸਲਾ ਹੈ, ਕਿਉਂਕਿ ਉਹਨਾਂ ਨੂੰ ਸੇਫ ਪੈਸੇਜ ਨਹੀਂ ਮਿਲ ਰਿਹਾ 에ਅਰਪੋਰਟ ਤੱਕ, ਤੇ 에ਅਰਪੋਰਟ ਤੋਂ ਫਲਾਈਟਸ ਉਹਨਾਂ ਨੂੰ ਸਸਪੈਂਡ ਕਰਨੀਆਂ ਪਈਆਂ ਜੀ। ਸੋ ਅਮਰੀਕਾ ਦੇ ਲਈ ਸਿਚੁਏਸ਼ਨ ਬਹੁਤ ਕ੍ਰਿਟੀਕਲ ਹੈ ਜੀ, ਇਸ ਵੇਲੇ ਕੰਪਲੈਕਸ ਹੋਈ ਜਾਂਦੀ, ਬਹੁਤ ਕੰਪਲਿਕੇਟਡ ਹੈ, ਕਿਉਂਕਿ ਉਹਨਾਂ ਆਪਣੇ ਲੋਕਾਂ ਨੂੰ ਜਵਾਬ ਦੇਣਾ ਆ, ਆਪਣੇ ਆਰਮ ਜਿਹੜੇ ਟਰੂਪਸ ਆ ਉਹਨਾਂ ਨੂੰ ਕੱਢਣਾ ਆ, ਐਟ ਦਾ ਸੇਮ ਟਾਈਮ ਤਾਲਿਬਾਨ ਨੂੰ ਡੀਲ ਕਰਨਾ, ਐਜ਼ ਵੈਲ ਐਜ਼ ਜਿਹੜਾ ਨਵਾਂ ਥ੍ਰੈਟ ISIS-K ਹੈ ਉਹਨੂੰ ਡੀਲ ਕਰਨਾ ਪੈਣਾ ਉਹਦੇ ਨਾਲ। ਬਿਲਕੁਲ। ਤੇ ਭਾਜੀ ਜਦੋਂ ਇਹ ਤਾਲਿਬਾਨ ਨੇ ਕਬਜ਼ਾ ਕੀਤਾ ਵਾ ਅਫਗਾਨਿਸਤਾਨ ਦੇ ਵਿੱਚ, ਪ੍ਰੈਜ਼ੀਡੈਂਟ ਹਾਊਸ ਦੇ ਵਿੱਚ, ਪਾਕਿਸਤਾਨ ਤੇ ਚਾਈਨਾ ਇਹ ਮੂਹਰਲੇ ਦੇਸ਼ਾਂ ਵਿੱਚੋਂ ਸੀ ਜਿਨ੍ਹਾਂ ਨੇ ਰੈਕੋਗਨਾਈਜ਼ ਕੀਤਾ ਜੀ। ਪਰ ਇਸ ਵੇਲੇ ਕਿਉਂਕਿ ਚਾਈਨਾ ਵੀ ਆਪਣੇ ਆਪ ਨੂੰ ਸੁਪਰ ਪਾਵਰ ਤੋਂ ਘੱਟ ਨਹੀਂ ਮੰਨਦਾ ਜੀ, ਪਰ ਚਾਈਨਾ ਇਸ ਵੇਲੇ ਮੈਨੂੰ ਲੱਗਦਾ ਵੀ ਬੜਾ ਸ਼ਾਂਤ ਬੈਠਾ ਵਾ ਜੀ। ਇਹਦੀ ਜਿਹੜੀ ਸ਼ਾਂਤੀ ਆ ਕਿਤੇ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਤਾਂ ਨਹੀਂ ਜੀ। ਚਾਈਨਾ ਦੇ ਆਪਣੇ ਇੰਟਰਸਟ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਪਾਕਿਸਤਾਨ ਦੇ ਚਾਈਨਾ ਦੇ ਜਿਹੜੇ ਇੰਟਰਸਟ ਅਫਗਾਨਿਸਤਾਨ 'ਚ ਉਹ ਕਾਫੀ ਦੇਰ ਤੋਂ ਨੇ, ਤੇ ਉਹਨਾਂ ਇਸ ਚੀਜ਼ ਨੂੰ ਹਮੇਸ਼ਾ ਐਕਸਪਲੋਇਟ ਕੀਤਾ ਹੈ ਕਿ ਹਾਂ ਅਸੀਂ ਇਸ ਜਿਹੜਾ ਰੀਜਨ ਹੈ ਅਫਗਾਨਿਸਤਾਨ, ਉਹ ਚਾਈਨਾ ਨੂੰ ਕਹਿ ਲਓ ਜਾਂ ਕਿਸੇ ਵੀ ਜਿਹੜਾ ਕੋਈ ਵੀ ਉੱਥੇ ਜਿਹਨੇ ਰਾਜ ਕੀਤਾ ਹੈ, ਉਹਨੇ ਇਸੇ ਇੰਟੈਂਸ਼ਨ ਦੇ ਨਾਲ ਹੀ ਰਾਜ ਕੀਤਾ ਕਿ ਆਪਾਂ ਇੱਥੇ ਜਦੋਂ ਆਪਣਾ ਇੱਥੇ ਰਾਜ ਹੋ ਜਾਏਗਾ, ਇੱਕ ਤੇ ਆਪਾਂ ਨੂੰ ਟ੍ਰੇਡ ਰੂਟ ਸਾਰੇ ਮਿਲ ਜਾਣਗੇ, ਦੂਜੇ ਆਪਣਾ ਜਿਹੜਾ ਇੱਥੇ ਜਿਹੜਾ ਰੀਜਨ ਦੇ ਵਿੱਚ ਸੈਂਟਰ ਜਾ ਕੇ ਬੈਠ ਜਾਵਾਂਗੇ, ਜਿੱਥੋਂ ਆਪਾਂ ਸਾਊਥ ਈਸਟ ਏਸ਼ੀਆ ਹੋ ਗਿਆ ਜਾਂ ਸੈਂਟਰਲ ਏਸ਼ੀਆ ਜਾਂ ਈਸਟ ਏਸ਼ੀਆ, ਆਪਾਂ ਉੱਥੇ ਥੋੜ੍ਹਾ ਬਹੁਤਾ ਕੰਟਰੋਲ ਰੱਖ ਸਕਦੇ ਹਾਂ। ਚਾਈਨਾ ਦੇ ਲਈ ਸਭ ਤੋਂ ਵੱਡਾ ਇਸ ਵੇਲੇ ਜਿਹੜਾ ਖਤਰਾ ਕਹਿ ਲਓ ਏਸ਼ੀਆ ਦੇ ਵਿੱਚ, ਉਹ ਇੰਡੀਆ। ਬਿਲਕੁਲ। ਕਿਉਂਕਿ ਇੰਡੀਆ ਇੱਕ ਐਮਰਜਿੰਗ ਇਕਨੋਮੀ ਹੈ, ਪਾਵਰ ਵੀ ਹੈ। ਬਿਲਕੁਲ। ਚਾਈਨਾ ਨੇ ਪਿੱਛੇ ਲੇਟਲੀ ਉਹਨਾਂ ਨੇ ਆਪਣੇ ਇੰਡੀਆ ਦੇ ਵਿੱਚ ਉਹਨਾਂ ਅੰਦਰ ਤੱਕ ਇਨਫਿਲਟਰੇਟ ਵੀ ਕੀਤਾ ਹੈ, ਅੱਗੇ ਤੱਕ ਆਏ ਵੀ ਹੈ, ਕੁਝ ਹਿੱਸਿਆਂ ਤੇ ਕਹਿੰਦੇ ਉਹਨਾਂ ਕਬਜ਼ਾ ਕਰ ਵੀ ਲਿਆ, ਤੇ ਕੁਝ ਹਿੱਸਿਆਂ 'ਚ ਇੰਡੀਆ ਨੇ ਉਹਨਾਂ ਨੂੰ ਪੁਸ਼ ਬੈਕ ਕਰਤਾ। ਹੁਣ ਚਾਈਨਾ ਦਾ ਇੰਟਰਸਟ ਇਹੀ ਹੈ ਕਿ ਜੇ ਹੁਣ ਉਹਨਾਂ ਨੇ ਇਸ ਵੇਲੇ ਸ਼੍ਰੀਲੰਕਾ ਦੇ ਵਿੱਚ ਚਾਈਨਾ ਆਲਰੇਡੀ ਆਪਣੇ ਕੁਝ ਬੇਸ ਬਣਾ ਚੁੱਕੇ ਹੈ। ਬਿਲਕੁਲ। ਕੋਸ਼ਿਸ਼ ਇੰਡੀਆ ਨੂੰ ਘੇਰਨ ਦੀ ਹੈ। ਅਫਗਾਨਿਸਤਾਨ, ਪਾਕਿਸਤਾਨ ਆਲਰੇਡੀ ਚਾਈਨਾ ਦੇ ਨਾਲ ਕੰਮ ਕਰਦਾ ਹੈ। ਅਫਗਾਨਿਸਤਾਨ ਇਕੁਏਸ਼ਨ 'ਚ ਆਉਣ ਕਰਕੇ ਤੇ ਚਾਈਨਾ ਦਾ ਜੇ ਉੱਥੇ ਕੱਲ੍ਹ ਨੂੰ ਬੇਸ ਬਣ ਜਾਂਦਾ ਹੈ, ਤੇ ਚਾਈਨਾ ਇੱਕ ਤਰ੍ਹਾਂ ਦੇ ਨਾਲ ਉੱਥੋਂ ਆਪਣੇ ਪੂਰੇ ਏਸ਼ੀਆ ਨੂੰ ਜਿਹੜਾ ਕੰਟਰੋਲ ਕਰ ਸਕਦਾ, ਪਲੱਸ ਉੱਥੇ ਜਿਹੜੀ ਹੈ ਆਪਣੇ ਆਪ ਨੂੰ ਪ੍ਰੂਵ ਕਰ ਸਕਦਾ ਐਟਲੀਸਟ ਏਸ਼ੀਆ ਦੇ ਵਿੱਚ ਵੀ ਅਸੀਂ ਸੁਪਰ ਪਾਵਰ ਉੱਤੇ ਹੈਗੇ ਹਾਂ। ਹਾਲਾਂਕਿ ਇਕਨੋਮੀ ਦੇ ਹਿਸਾਬ ਨਾਲ ਆਲਰੇਡੀ ਦੁਨੀਆ ਦੀ ਸੁਪਰ ਪਾਵਰ ਨੇ, ਕਿਉਂਕਿ ਹੁਣ ਜੋ ਅੱਜ ਦੀ ਲੜਾਈ ਹੈ ਇਕਨੋਮਿਕ ਵਾਰਫੇਅਰ ਹੁੰਦਾ ਹੈ, ਹੁਣ ਕੋਈ ਬੰਬਾਂ ਦੀ ਜਾਂ ਗੋਲੀਆਂ ਦੀ ਲੜਾਈ ਨਹੀਂ ਰਹਿ ਗਈ ਜੀ। ਜੀ। ਤੇ ਜਿਹੜੇ ਇਸ ਵੇਲੇ ਹਾਲਾਤ ਬਣੇ ਨੇ ਨਾ, ਜਿਹਦੇ ਨਾਲ ਆਪਾਂ ਗੱਲ ਕੀਤੀ ਵੀ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਸਾਹਿਬ ਨੇ ਉਹਨਾਂ ਵਾਸਤੇ ਸਥਿਤੀ ਜਿਹੜੀ ਆ ਉਹ ਬਹੁਤ ਨਾਜ਼ੁਕ ਬਣ ਗਈ ਆ, ਕੰਪਲਿਕੇਟਡ ਹੋ ਗਈ ਹੈ ਜੀ। ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਵੀ G7 ਦਾ ਮੈਂਬਰ ਆ ਜੀ, ਨੈਟੋ ਦਾ ਮੈਂਬਰ ਆ ਜੀ, ਤੇ ਜਸਟਿਨ ਟਰੂਡੋ ਜੀ ਨੇ ਇੱਧਰ ਇਲੈਕਸ਼ਨ ਵੀ ਅਨਾਉਂਸ ਕੀਤੇ ਹੋਏ ਨੇ ਜੀ। ਤੇ ਮੇਰਾ ਸਵਾਲ ਇਹ ਆ ਕਿ ਇਲੈਕਸ਼ਨ ਦਾ ਕੰਪੇਨ ਕਰਨ ਦੇ ਲਈ ਦਿਨ ਵੀ 36 ਰੱਖੇ ਦੇ ਪੂਰੇ ਗਿਣ ਮਿੱਥ ਕੇ ਜੀ, ਜਿਹਦੇ ਵਿੱਚੋਂ ਆਲਰੇਡੀ ਹਫਤਾ 10 ਦਿਨ ਜਾ ਚੁੱਕੇ ਨੇ ਜੀ, ਤੇ ਇਹ ਸਮਾਂ ਜਿਹੜਾ ਵਾ ਇਲੈਕਸ਼ਨ ਦੇ ਪਾਸੇ ਵੀ ਉਹਨਾਂ ਨੇ ਫੋਕਸ ਕਰਨਾ ਵਾ, ਤੇ ਦੂਜੇ ਪਾਸੇ ਇਹ ਜਿਹੜੀ ਸਮੱਸਿਆ ਵਾ, ਤੁਹਾਨੂੰ ਕੀ ਲੱਗਦਾ ਵੀ ਇਹ ਕਿਵੇਂ ਇਹਨਾਂ ਦੋਵਾਂ ਸਮੱਸਿਆਵਾਂ ਚੋਂ ਨਿਕਲ ਪਾਉਣਗੇ?
ਟਰੂਡੋ ਸਾਹਿਬ ਆਪਣੀ ਗਲਤੀ ਨਾਲ ਨਹੀਂ, ਪਰ ਜੋ ਵੀ ਹਾਲਾਤ ਬਣੇ ਉਹਨਾਂ ਕਰਕੇ ਕਾਫੀ ਡਿਫਿਕਲਟ ਸਿਚੁਏਸ਼ਨ 'ਚ ਫਸ ਗਏ ਹੁਣ ਜੀ। ਇਲੈਕਸ਼ਨ ਜਿਹੜੀ ਕਾਲ ਕਰਨੀ ਸੀ, ਇਹਦਾ ਡਿਸੀਜਨ ਕਾਫੀ ਦੇਰ ਪਹਿਲਾਂ ਉਹ ਲੈ ਚੁੱਕੇ ਸੀ। ਬਿਲਕੁਲ। ਕਾਬੁਲ ਦਾ ਜਿਹੜਾ ਸਿਨੈਰੀਓ ਇਵੋਲਵ ਹੋਇਆ ਉਹ ਅਚਾਨਕ ਹੋਇਆ। ਬਿਲਕੁਲ। ਉੱਥੇ ਉਹਨਾਂ ਦਾ ਕੰਟਰੋਲ ਨਹੀਂ ਸੀ। ਡੈਲਟਾ ਵੇਰੀਐਂਟ ਵੱਧ ਰਿਹਾ ਸੀ, ਉਹ ਇੱਕ ਤੁਸੀਂ ਪੁੱਛਿਆ ਨਹੀਂ, ਪਰ ਫਿਰ ਵੀ ਉਹ ਵੀ ਇੱਕ ਇਕੁਏਸ਼ਨ ਦਾ ਹਿੱਸਾ ਹੈ, ਕਿਉਂਕਿ ਉਹਦੇ ਕਰਕੇ ਇਹ ਚੀਜ਼ ਉਹਨਾਂ ਦੇ ਖਿਲਾਫ ਜਾ ਸਕਦੀ ਹੈ, ਕਿਉਂਕਿ ਇਸ ਵੇਲੇ ਜਿਹੜੀ ਕੈਨੇਡਾ ਨੂੰ ਲੋੜ ਸੀ ਕਿ ਆਪਾਂ ਡੈਲਟਾ ਵੇਰੀਐਂਟ ਨਾਲ ਫਾਈਟ ਕਰੀਏ, ਉਸ ਟਾਈਮ ਤੇ ਉਹਨਾਂ ਇਲੈਕਸ਼ਨ ਕਾਲ ਕਰ ਲਈ। ਇਲੈਕਸ਼ਨ ਕਾਲ ਕਰਨ ਦੇ ਨਾਲ ਅਫਗਾਨਿਸਤਾਨ ਦੀ ਜੋ ਸਿਚੁਏਸ਼ਨ ਹੋ ਗਈ, ਉਹਦੇ ਕਰਕੇ ਸਿਚੁਏਸ਼ਨ ਉਹਨਾਂ ਲਈ ਖਰਾਬ ਹੋ ਗਈ ਕਾਫੀ, ਕਿਉਂਕਿ ਹੁਣ ਉੱਥੋਂ ਬੰਦੇ ਕੱਢਣੇ, ਕਿਉਂਕਿ ਕੈਨੇਡਾ ਦੇ ਕਾਫੀ ਜ਼ਿਆਦਾ ਸਟਾਫ ਜਿਹੜਾ ਉੱਥੇ ਐਜ਼ ਅ ਸਪੋਰਟਿੰਗ ਸਟਾਫ ਵਰਕ ਕਰ ਰਿਹਾ ਸੀ। ਲਗਭਗ 3700 ਬੰਦੇ ਨੂੰ ਇਵੈਕੂਏਟ ਕਰ ਚੁੱਕੇ ਨੇ, ਪਰ ਇਹ ਕਹਿੰਦੇ ਵੀ ਅਸੀਂ 20000 ਬੰਦਾ ਲੈ ਕੇ ਆਉਣਾ, ਪਰ ਮੈਨੂੰ ਲੱਗਦਾ ਵੀ ਇਹ ਕਹਿ ਦਿੱਤਾ ਵਾ, ਪਰ ਕਾਫੀ ਔਖੇ ਹਾਲਾਤ ਹੋਣਗੇ ਜੀ, ਕਿਉਂਕਿ ਕੈਨੇਡਾ ਬੇਸਿਕਲੀ ਅਮਰੀਕਾ ਦੇ ਅੰਬਰੇਲਾ ਥੱਲੇ ਹੋਰ ਵੀ ਜਿਹੜੇ ਅਲਾਈ ਸੀਗੇ ਉਹ ਅਮਰੀਕਾ ਦੇ ਅੰਬਰੇਲਾ ਥੱਲੇ ਉੱਥੇ ਫਾਈਟ ਕਰ ਰਹੇ ਸੀ, ਜਿਹੜਾ ਮਿਸ਼ਨ ਸੀ ਉਹ ਚਲਾ ਰਹੇ ਸੀ ਜੀ। ਅਮਰੀਕਾ ਦੇ ਉੱਪਰ ਅਟੈਕ ਹੋਣ ਨਾਲ ਜਾਂ ਉਹਨਾਂ ਦੇ ਸਾਰੇ ਜਿਹੜੇ ਉੱਥੋਂ ਵਿਦਡਰਾਲ ਦਾ ਪ੍ਰੋਸੈਸ ਸਸਪੈਂਡ ਕਰਨ ਦੇ ਨਾਲ ਸਿਕਿਉਰਿਟੀ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਉੱਥੇ ਕ੍ਰਿਟੀਕਲ ਹੈ ਜੀ। ਹੁਣ ਕੈਨੇਡਾ ਚਾਹੁੰਦੇ ਹੋਏ ਵੀ ਜਿੰਨਾ ਚਿਰ, ਕਿਉਂਕਿ ਜੇ ਉਹ ਸਟੇਬਲਾਈਜ਼ ਨਹੀਂ ਹੁੰਦਾ ਉੱਥੇ ਏਅਰਪੋਰਟ ਤੇ ਆਸੇ-ਪਾਸੇ ਦਾ ਇਲਾਕਾ ਜਿੱਥੋਂ ਕਿ ਉਹਨਾਂ ਨੂੰ ਲਾਂਘਾ ਮਿਲਣਾ ਹੈ, ਜਿਹੜਾ ਪੈਸੇਜ ਮਿਲਣਾ ਹੈ, ਜੋ ਜਿੰਨੀ ਦੇਰ ਸਟੇਬਲ ਨਹੀਂ ਹੁੰਦਾ ਉਨੀ ਚਿਰ ਅਮਰੀਕਾ ਉੱਥੇ ਜਾ ਕੇ ਕਰ ਨਹੀਂ ਸਕਦਾ, ਤੇ ਕੈਨੇਡਾ ਅਮਰੀਕਾ ਤੋਂ ਬਿਨਾਂ ਕੋਈ ਡਿਸੀਜਨ ਲੈ ਨਹੀਂ ਸਕਦਾ। ਟਰੂਡੋ ਸਾਹਿਬ ਲਈ ਹਾਲਾਤ ਹੁਣ ਘਰ ਦੇ ਵਿੱਚ, ਜਿਵੇਂ ਤੁਸੀਂ ਕਿਹਾ ਕਿ ਕੈਂਪੇਨ ਤੇ ਬਹੁਤ ਥੋੜੇ ਦਿਨ ਰਹਿ ਗਏ, 20th ਨੂੰ ਇਲੈਕਸ਼ਨ ਆ ਗਈ ਜੀ, ਤੇ ਹੁਣ ਉਹਨਾਂ ਦੇ ਲਈ ਇਹ ਪ੍ਰੂਵ ਕਰਨਾ ਕਿ ਉਹਨਾਂ ਦਾ ਜੋ ਸਟੈਪ ਸੀ ਇਲੈਕਸ਼ਨ ਕਾਲ ਕਰਨ ਵਾਲਾ ਉਹ ਸਹੀ ਹੈ, ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਉਹ ਕੰਟਰੀ ਨੂੰ ਚੰਗੀ ਤਰ੍ਹਾਂ ਗਵਰਨ ਕਰ ਸਕਣਗੇ। ਪਰ ਆਪੋਜੀਸ਼ਨ ਨੇ ਇਹ ਮੁੱਦੇ ਜ਼ਰੂਰ ਚੱਕਣੇ ਜੀ ਇਲੈਕਸ਼ਨ ਦੇ ਵਿੱਚ ਜੀ, ਬਾਕੀ ਸਮਾਂ ਦੱਸੇਗਾ ਜੀ। ਜੀ ਬਿਲਕੁਲ ਸਹੀ ਗੱਲ ਆ। ਤੇ ਜਾਂਦਾ ਜਾਂਦਾ ਨਾ ਇੱਕ ਆਖਰੀ ਸਵਾਲ ਆ, ਕਿਉਂਕਿ ਆਪਾਂ ਜੇ ਭਾਰਤ ਦੀ ਗੱਲ ਨਾ ਕਰੀਏ ਅਫਗਾਨਿਸਤਾਨ ਨਾਲ ਸੰਬੰਧਾਂ ਦੀ, ਤੇ ਫਿਰ ਆਪਣੀ ਚਰਚਾ ਅਧੂਰੀ ਰਹਿ ਜਾਣੀ ਹੈ ਜੀ। ਇੱਕ ਅਫਗਾਨ ਸਿੱਖ MP ਨੇ ਜੀ, ਨਰਿੰਦਰ ਸਿੰਘ ਖਾਲਸਾ ਜੀ, ਉਹ ਵੀ ਇਵੈਕੂਏਸ਼ਨ ਦੇ ਥਰੂ ਇੰਡੀਆ ਪਹੁੰਚ ਚੁੱਕੇ ਨੇ ਜੀ, ਔਰ ਜਦੋਂ ਉਹ ਪਹੁੰਚੇ ਉੱਥੇ ਏਅਰਪੋਰਟ ਤੇ ਉਹ ਰੋ ਪਏ ਜੀ, ਔਰ ਕਹਿੰਦੇ ਸੀ ਕਿ ਭਾਈ 20 ਸਾਲਾਂ ਦੇ ਵਿੱਚ ਜੋ ਉੱਥੇ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ ਉਹ ਸਭ ਕੁਝ ਜਾਂਦਾ ਰਿਹਾ। ਇਸੇ ਤਰ੍ਹਾਂ ਇੱਕ ਫਸਟ ਨਾਨ ਮੁਸਲਿਮ ਵਿਮਨ ਮੈਂਬਰ ਪਾਰਲੀਮੈਂਟ ਸੀਗੇ ਜੀ ਅਫਗਾਨਿਸਤਾਨ ਦੇ, ਅਨਾਰਕਲੀ ਕੌਰ ਜੀ, ਉਹਨਾਂ ਨੇ ਵੀ ਦੁੱਖ ਜਿਹੜਾ ਆਪਣਾ ਸਾਂਝਾ ਕੀਤਾ ਵੀ ਮੈਂ ਤੇ ਆਉਣ ਲੱਗੀ ਆਪਣੀ ਮਿੱਟੀ ਉਹ ਵੀ ਕਿਤੇ ਚੱਕ ਕੇ ਨਹੀਂ ਲਿਆ ਸਕੀ, ਸੋ ਦੁਖਾਂਤ ਜੀ ਦਿਖਦਾ ਉਹਨਾਂ ਦਾ। ਇਸੇ ਤਰ੍ਹਾਂ ਗੱਲ ਕਰੀਏ ਗੁਰਦੁਆਰਿਆਂ ਦੀ, ਤੇ 72 ਗੁਰਦੁਆਰੇ ਨੇ ਜੀ ਅਫਗਾਨਿਸਤਾਨ ਦੇ ਵਿੱਚ, ਹਿੰਦੂ ਟੈਂਪਲ ਵੀ ਨੇ, ਕਿਉਂਕਿ ਹਿੰਦੂ ਸਿੱਖ ਜਿਹੜੇ ਨੇ ਮਾਈਨੋਰਿਟੀ ਨੇ, ਕਿਸੇ ਵੇਲੇ ਇਹਨਾਂ ਦੀ ਪਾਪੂਲੇਸ਼ਨ ਕਾਫੀ ਸੀ, ਹੁਣ ਘਟਦੀ ਹਜ਼ਾਰਾਂ 'ਚ ਰਹਿ ਗਈ ਜੀ। ਮੇਰਾ ਸਵਾਲ ਇਹ ਆ ਕਿ ਜੇ ਇਹ ਐਡੇ ਵੱਡੇ MP ਜਿਹੜੇ ਨੇ ਇਹ ਇੰਨੇ ਦੁਖੀ ਨੇ, ਤੇ ਜਿਹੜੀ ਉੱਥੇ ਜਨਤਾ ਰਹਿ ਗਈ ਆ, ਚਾਹੇ ਉਹ ਹਿੰਦੂ ਨੇ, ਸਿੱਖ ਨੇ, ਜਾਂ ਈਵਨ ਆਰਡੀਨਰੀ ਅਫਗਾਨ ਪੀਪਲ ਨੇ, ਉਹਨਾਂ ਦਾ ਕੀ ਹਾਲ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ? ਅਫਗਾਨਿਸਤਾਨ ਦੀ ਜਿਹੜੀ ਇਕਨੋਮੀ ਆ ਜਾਂ ਪੋਲਿਟੀ ਆ, ਸਟੇਬਿਲਿਟੀ ਆ, ਇਹ ਸਭ ਇੱਕ ਕੁਐਸਚਨ ਮਾਰਕ ਦੇ ਅਧੀਨ ਨੇ, ਤੇ ਇਹਦਾ ਭਾਰਤ ਦੇ ਨਾਲ ਸੰਬੰਧਾਂ ਦੇ ਉੱਪਰ ਕੀ ਅਸਰ ਪੈ ਸਕਦਾ ਜੀ? ਬਿਲਕੁਲ ਸਹੀ ਕਿਹਾ ਜੀ। ਉੱਥੇ ਹੁਣ ਇੱਕ ਤਰ੍ਹਾਂ ਦਾ ਕ੍ਰਾਈਸਿਸ ਹੈ ਜੀ ਆਮ ਲੋਕਾਂ ਦੇ ਲਈ ਜੀ। ਜਿਵੇਂ ਤੁਸੀਂ ਕਿਹਾ ਇੰਨੇ ਵੱਡੇ MP ਜੇ ਉਹ ਉੱਥੇ ਨਹੀਂ ਰਹਿ ਕੇ ਆਪਣੇ ਲੋਕਾਂ ਦੇ ਕੋਲ ਰਹਿ ਸਕੇ ਜਾਂ ਆਪਣੀ ਕੰਟਰੀ ਲਈ ਕੁਝ ਕਰ ਸਕੇ, ਆਮ ਬੰਦਾ ਕੀ ਕਰ ਸਕਦਾ? ਬਿਲਕੁਲ। ਤਾਲਿਬਾਨ ਇੱਕ ਰਿਲੀਜਨ ਬੇਸਡ ਉਹਨਾਂ ਦੀ ਗਵਰਨਮੈਂਟ ਬਣੂਗੀ, ਜੇ ਬਣੀ ਤੇ ਉਹਦੇ ਵਿੱਚ ਜਿਹੜਾ ਵੀ ਬੰਦਾ ਰਿਲੀਜਨ ਨੂੰ ਅਪੋਜ਼ ਕਰੂਗਾ ਉਹਦੇ ਲਈ ਕੋਈ ਜਗ੍ਹਾ ਨਹੀਂ ਹੋਣੀ, ਆਪਾਂ ਨੂੰ ਪਤਾ ਹੈ ਜੀ। ਸਿੱਖ ਤੇ ਹਿੰਦੂ ਉੱਥੇ ਕਾਫੀ ਦੇਰ ਤੋਂ ਨੇ, ਕਈ 100 ਸਾਲਾਂ ਤੋਂ, ਕਈ 1000 ਸਾਲਾਂ ਤੋਂ ਨੇ ਸ਼ਾਇਦ ਜੀ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਉੱਥੇ ਕਾਫੀ ਉੱਥੇ ਸਿੱਖ, ਉਸ ਤੋਂ ਪਹਿਲਾਂ ਵੀ ਗਏ ਕਾਫੀ, ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਗਏ ਹੋਏ ਨੇ ਉੱਥੇ ਵੀ ਗਏ ਹੋਏ ਹਨ ਜੀ। ਤੇ ਜਿਹੜੇ ਗੁਰਦੁਆਰੇ ਸੀ ਉੱਚੋਂ ਕਾਫੀ ਹੱਦ ਤੱਕ ਜਿਹੜਾ ਕੰਟਰੋਲ ਸੀ ਉੱਥੇ ਲੋਕਲ ਲੋਕਾਂ ਦਾ ਸੀ, ਉੱਥੇ ਕੁਝ ਕੁ ਗੁਰਦੁਆਰੇ ਜਿਹੜੇ ਸਿੱਖ ਆਪ ਜਿਹੜੇ ਸੀਗੇ ਉੱਥੇ, ਜਿਹੜੇ ਉਹਨਾਂ ਦਾ ਕੰਟਰੋਲ ਸੀ, ਮੋਸਟਲੀ ਉੱਥੇ ਉਹਨੂੰ ਗੁਰਦੁਆਰਿਆਂ ਨੂੰ ਗੁਰਦੁਆਰੇ ਵਾਂਗੂ ਨਹੀਂ ਯੂਜ਼ ਕੀਤਾ ਜਾਂਦਾ ਸੀ। ਉੱਥੋਂ ਦੇ ਹਾਲਾਤ ਹੁਣ ਇੱਦਾਂ ਨੇ ਕਿ ਹੁਣ ਸਿਰਫ 10% ਦੇ ਕਰੀਬ ਮਿਨੋਰਿਟੀਜ਼ ਉੱਥੇ ਰਹਿ ਗਈਆਂ, ਜਿਹੜੀਆਂ ਤੁਸੀਂ ਜਿਵੇਂ ਕਿਹਾ ਪਹਿਲਾਂ ਮਿਲੀਅਨ ਦੇ ਹਿਸਾਬ ਨਾਲ ਸੀ ਉੱਥੇ ਮਿਨੋਰਿਟੀਜ਼, ਉੱਥੋਂ ਸਿਰਫ ਹੁਣ 10% ਲੋਕ ਨੇ। ਉਹਦੇ ਵਿੱਚੋਂ ਵੀ ਹੁਣ ਕਾਫੀ ਜ਼ਿਆਦਾ, ਪਹਿਲਾਂ ਇੰਡੀਆ ਨੇ ਪਹਿਲਾਂ ਵੀ ਕਾਫੀ ਲੋਕ ਆਪਣੇ ਇੰਡੀਆ 'ਚ ਕੀਤੇ, ਉਹਨਾਂ ਨੂੰ ਰਿਫਿਊਜ਼ ਕੀਤਾ ਜੀ, ਇਵੈਕੂਏਟ ਕੀਤਾ, ਰਿਫਿਊਜ਼ ਦਿੱਤਾ, ਹੁਣ ਵੀ ਉਹ ਕਰ ਰਹੇ ਆ ਟਰਾਈ, ਹੋਰ ਵੀ ਕੰਟਰੀਜ਼ ਟਰਾਈ ਕਰਨੀਆਂ। ਸੋ ਮਿਨੋਰਿਟੀਜ਼ ਆ ਲਗਭਗ ਉੱਥੇ ਫਿਊਚਰ ਖਤਮ ਕਹਿ ਲਓ, ਜਾਂ ਜੇ ਖਤਮ ਨਹੀਂ ਹੈਗਾ ਤੇ ਬਹੁਤ ਜ਼ਿਆਦਾ ਧੁੰਦਲਾ ਹੈ। ਇੰਡੀਆ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਾਫੀ ਜ਼ਿਆਦਾ ਉੱਥੇ ਇਨਵੈਸਟਮੈਂਟ ਕੀਤੀ ਸੀ, ਉਹ ਇਸ ਕਰਕੇ ਕਿਉਂਕਿ ਇੱਕ ਤਾਂ ਇਹਨਾਂ ਦੇ ਇੱਕ ਜਿਹੜਾ ਪੋਲੀਟੀਕਲ ਜਾਂ ਜਿਹੜਾ ਜਿਓਗ੍ਰਾਫੀਕਲ ਲੋਕੇਸ਼ਨ ਕਰਕੇ ਜੋ ਇਹਦਾ ਇੰਟਰਸਟ ਸੀ ਉਹ ਇੱਕ ਕਾਰਨ ਸੀ ਜੀ। ਦੂਜਾ ਕਾਰਨ ਇਹ ਵੀ ਸੀ ਕਿ ਉੱਥੇ ਜਿਹੜੀਆਂ ਮਿਨੋਰਿਟੀਜ਼ ਨੂੰ ਜਾਂ ਹਿਊਮਨ ਰਾਈਟਸ ਨੂੰ, ਕਿਉਂਕਿ ਇੰਡੀਆ ਵਿਸ਼ਵ ਦੇ ਜਿਹੜੇ ਸਟੇਜ 'ਤੇ ਵਿਸ਼ਵ ਪੱਧਰ 'ਤੇ ਆਪਣੀ ਇੱਕ ਜਿਹੜੀ ਸਾਖ ਬਣਾਉਣੀ ਉਹਨਾਂ ਨੇ, ਉਸ ਤਰ੍ਹਾਂ ਦੀ ਬਣਾਉਣੀ ਕਿ ਅਸੀਂ ਵੀ ਇੱਕ ਪਾਵਰ
ਤੇ ਜਿੱਥੇ ਹਿਊਮੈਨਿਟੀ ਨੂੰ ਲੋੜ ਪੈਂਦੀ ਹੈ ਉੱਥੇ ਅਸੀਂ ਵੀ ਜਾਵਾਂਗੇ, ਖੜਦੇ ਹਾਂ ਉਹਦੇ ਨਾਲ। ਤੇ ਉਹ ਖੜਨ ਦੀ ਕੋਸ਼ਿਸ਼ ਸੀ। ਉਸ ਕੋਸ਼ਿਸ਼ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਮਨੀ ਇਨਵੈਸਟ ਕੀਤੀ ਹੈ, ਉੱਥੇ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਹੈ। ਪਰ ਤਾਲਿਬਾਨ ਦੇ ਆਉਣ ਦੇ ਨਾਲ ਜੀ ਹੁਣ ਐਵਰੀਥਿੰਗ ਇਜ਼ ਅਪ ਇਨ ਦਾ ਏਅਰ ਜੀ। ਆਪਾਂ ਨੂੰ ਕਿਸੇ ਵੀ ਕੰਟਰੀ ਨੂੰ ਪਤਾ ਨਹੀਂ ਕਿ ਤਾਲਿਬਾਨ ਨੇ ਉੱਥੇ ਕਿੱਦਾਂ ਦੀ ਗਵਰਨਮੈਂਟ ਐਸਟੈਬਲਿਸ਼ ਕਰਨੀ ਹੈ। ਇਸ ਵੇਲੇ ਜਿਹੜਾ ਮੁੱਦਾ ਆ ਉਹ ਮੁੱਦਾ ਹੈ ਕਿ ਆਮ ਲੋਕਾਂ ਦੀ ਉੱਥੇ ਲਾਈਫ ਜੀ ਨੂੰ ਕਿੱਦਾਂ ਬਚਾਉਣਾ ਹੈ, ਬਿਹਤਰ ਕਰਨਾ ਤਾਂ ਦੂਰ ਦੀ ਗੱਲ ਹੋ ਗਈ ਜੀ। ਹੁਣ ਬਚਾਉਣਾ ਕਿੱਦਾਂ ਹੈ, ਉਹਦੇ ਵਿੱਚ ਮਿਨੋਰਿਟੀਜ਼ ਸਭ ਤੋਂ ਵੱਡਾ ਫੋਕਸ ਹੋਊਗਾ ਜੀ, ਕਿਉਂਕਿ ਉਹਨਾਂ ਦੀ ਲਾਈਫ ਬਹੁਤ ਡਿਫਿਕਲਟ ਹੋਣੀ ਹੈ। ਸੋ ਇੰਡੀਆ ਦਾ ਦੇਖੋ ਜੀ, ਇੰਡੀਆ ਦੇ ਵਿੱਚ ਉਹੀ ਪੋਲੀਟੀਕਲ ਕ੍ਰਾਈਸਿਸ ਜਿਹੜਾ ਇੱਕ ਬਣ ਸਕਦਾ ਇਸ ਗੱਲ ਕਰਕੇ, ਕਿਉਂਕਿ ਜੇ ਚਾਈਨਾ ਤੇ ਪਾਕਿਸਤਾਨ ਜਿਹੜੇ ਆਪਣੇ ਇੰਟਰਸਟ ਉੱਥੇ ਪਹਿਲਾਂ ਐਕਸਪਲੋਰ ਕਰ ਲੈਂਦੇ, ਤਾਲਿਬਾਨ ਦੇ ਵੱਲ ਆਪਣੀ ਦੋਸਤੀ ਦਾ ਹੱਥ ਪਹਿਲਾਂ ਵਧਾ ਲੈਂਦੇ ਤੇ ਇੰਡੀਆ ਪਿੱਛੇ ਰਹਿ ਜਾਂਦਾ ਹੈ ਜੀ। ਫਿਰ ਉਹਦਾ ਕੁਝ ਨਾ ਕੁਝ ਅਸਰ ਪੋਲੀਟਿਕਸ 'ਤੇ ਵੀ ਹੋਏਗਾ, ਇੰਡੀਆ ਦੀ ਡਿਫੈਂਸ 'ਤੇ ਵੀ ਹੋਏਗਾ। ਤੇ ਆਉਣ ਵਾਲੇ ਸਮੇਂ 'ਚ ਜਿਹੜਾ ਜਦੋਂ ਵੀ ਇਲੈਕਸ਼ਨਸ ਆਉਣਗੀਆਂ, ਜਦੋਂ ਵੀ ਗਵਰਨਮੈਂਟ ਦੇ ਜਦੋਂ ਕੋਈ ਸਵਾਲ ਕੀਤੇ ਜਾਣਗੇ, ਉਦੋਂ ਇਸ ਚੀਜ਼ 'ਚ ਪੁੱਛਿਆ ਜਾਊਗਾ ਕਿ ਤੁਸੀਂ ਇੰਨੀ ਜਿਹੜੀ ਇਨਵੈਸਟਮੈਂਟ ਕੀਤੀ ਉਹਦੀ ਰਿਟਰਨ ਕਿੱਥੇ ਹੈ ਜੀ। ਤੇ ਹੁਣ ਸਾਹਿਬ ਆਪਾਂ ਚਰਚਾ ਜ਼ਰੂਰ ਕੀਤੀ ਹੈ, ਪਰ ਮੈਨੂੰ ਲੱਗਦਾ ਵੀ ਈਵਨ ਅਗਰ ਅਸੀਂ ਇੰਟਰਨੈਸ਼ਨਲ ਲੈਵਲ ਦੇ ਕੁਝ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਵੀ ਬਿਠਾਏ ਹੁੰਦੇ ਨਾ ਇਸ ਟਾਈਮ ਤੇ ਉਹਨਾਂ ਵਾਸਤੇ ਵੀ ਮੁਸ਼ਕਿਲ ਸੀਗਾ ਕਿ ਇਸ ਮਸਲੇ ਦੀ ਪ੍ਰੈਡਿਕਟੇਬਿਲਿਟੀ ਕਰ ਸਕਣ ਜੀ। ਸੋ ਪਰ ਅਸੀਂ ਪ੍ਰੈਡਿਕਟੇਬਿਲਿਟੀ ਇਸ ਦਾ ਜ਼ਰੂਰ ਕਰ ਸਕਦੇ ਹਾਂ, ਆਸ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ ਕਿ ਅਫਗਾਨ ਦੇ ਵਿੱਚ ਜਿਹੜੇ ਹਾਲਾਤ ਨੇ ਥੋੜ੍ਹੇ ਬਿਹਤਰ ਹੋ ਜਾਣ, ਘੱਟੋ ਘੱਟ ਲੋਕਾਂ ਦੀਆਂ ਜਾਨਾਂ ਜਿਹੜੀਆਂ ਨੇ ਨਾ ਜਾਣ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਡੈਮੋਕ੍ਰੇਸੀ ਨਹੀਂ ਤੇ ਘੱਟੋ ਘੱਟ ਥੋੜ੍ਹਾ ਬਹੁਤਾ ਲੋਕਾਂ ਦਾ ਜਿਹੜਾ ਜੀਵਨ ਆ ਉਹ ਸੁਖਾਲਾ ਹੋ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਮਾਂ ਕੱਢਿਆ, ਸਟੂਡੀਓ ਵਿੱਚ ਆਏ ਔਰ ਏਡੇ ਵੱਡੇ ਮੁੱਦੇ ਦੇ ਉੱਪਰ ਇੱਕ ਛੋਟੀ ਜਿਹੀ ਕਾਲ ਦੇ ਉੱਪਰ ਤੁਸੀਂ ਵਿਚਾਰ ਸਾਂਝੇ ਕਰਨ ਲਈ ਆ ਗਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਮਨਜੀਤ ਜੀ, ਇਹ ਸਾਰੇ ਵਿਊਅਰਸ ਨੂੰ ਵੀ ਥੈਂਕ ਯੂ ਜੀ। ਸੋ ਇਹ ਸਨ ਜੀ ਸਰਦਾਰ ਸੰਦੀਪ ਸਿੰਘ ਹੁੰਦਲ। ਅੱਜ ਅਸੀਂ ਇੱਕ ਨਿਮਾਣਾ ਜਿਹਾ ਯਤਨ ਕੀਤਾ ਕਿ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਅਫਗਾਨਿਸਤਾਨ ਇਸ ਵੇਲੇ ਕਿਹੜੇ ਪਾਸੇ ਜਾ ਰਿਹਾ ਵਾ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਜੀ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।